ਵਾਹਿਗੁਰੂ ਸਾਹਿਬ ਜੀਓ। ਚੱਕਰ ਚਿਹਨ ਅਰ ਵਰਨ ਜਾਤ, ਅਰ ਪਾਤ ਨਹਿਨ ਜੀ। ਰੂਪ ਰੰਗ ਅਰ ਰੀਖ ਭੀਖ, ਕੋ ਕਹਿ ਨਾ ਸਕਤ ਕਿਹੇ। ਅਚਲ ਮੂਰਤ ਅਨਭਉ ਪ੍ਰਕਾਸ਼, ਅਮਿਤੁਜ ਕਹਿਜੈ। ਕੋਟ ਇੰਦਰ ਇੰਦਰਾਣ, ਸਾਹੇ ਸਾਹਾਣ ਗਣਿਜੈ। ਤਿਰ ਭਵਨ ਮਹੀਪ, ਸੁਰ ਨਰ ਅਸੁਰ। ਨੀਤ ਨੀਤ ਬਣ ਤ੍ਰਿਣ ਕਹਿਤ, ਤਵੈ ਸਰਬ ਨਾਮ ਕਥੈ ਕਵਣ। ਕਰਮ ਨਾਮ ਵਰਨਤ ਸੁਮਤ, ਸਗਲ ਦੁਆਰ ਕਉ ਛਾਡ ਕੇ। ਗਹਿਓ ਤੁਹਾਰੂ ਦੁਆਰ, ਬਾਹੇ ਗਹੇ ਕੀ ਲਾਜ ਅਸ। ਗੋਬਿੰਦ ਦਾਸ ਤੁਹਾਰ, ਜਿਉ ਬੁਲਾਵੈ ਹੈ ਤਿਉ ਬੋਲੈ ਸੁਆਮੀ। ਕੁਦਰਤ ਕਵਣ ਹਮਾਰੀ, ਸਾਧ ਸੰਗ ਨਾਨਕ ਜਸ ਗਾਇਓ। ਜੋ ਪ੍ਰਭ ਕੀ ਆਤ ਪਿਆਰੀ, ਸਾਧ ਸੰਗ ਨਾਨਕ ਜਸ ਗਾਇਓ। ਜੋ ਪ੍ਰਭ ਕੀ ਆਤ ਪਿਆਰੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਲਾਰ ਮਹੱਲਾ ਪਹਿਲਾ। ਦੁਖ ਮੋਹਰਾ ਮਾਰਨ ਹਰ ਨਾਮ, ਸਿਲਾ ਸੰਤੋਖ ਪੀਸਨ ਹੱਥ ਦਾਨ। ਦੁਖ ਮੋਹਰਾ ਮਾਰਨ ਹਰ ਨਾਮ, ਸਿਲਾ ਸੰਤੋਖ ਪੀਸਨ ਹੱਥ ਦਾਨ। ਨਿਤ ਨਿਤ ਲੇਹੁ ਨਾ ਸੀਜੈ ਦੇਹ, ਅੰਤ ਕਾਲ ਜਮ ਮਾਰੈ ਠੇਹ। ਐਸਾ ਦਾਰੂ ਖਾਹੇ ਗਵਾਰ, ਜਿਤ ਖਾਧੈ ਤੀਰੀ ਜਾਹੇ ਵਿਕਾਰ। ਰਹਾਉ ਰਾਜ ਮਾਲ ਜੂਬਨ ਸਭ ਸ਼ਾਮ, ਰਥ ਫਿਰੰਦੈ ਦੀਸਹਿ ਥਾਵ। ਦੇਹ ਨਾ ਨਾਉ ਨਾ ਹੋਵੈ ਜਾਤ, ਓਥੈ ਦੇਹੁ ਐਥੈ ਸਭ ਰਾਤ।
ਸਾਧ ਕਰ ਸਮਦਾ ਤ੍ਰਿਸ਼ਨਾ ਕਿਉ ਤੀਲ। ਕਾਮ ਕ੍ਰੋਧ ਅਗਨੀ ਸਿਉ ਮੇਲ। ਹੋਮ ਜਗ ਅਰ ਪਾਠ ਪੁਰਾਣ। ਜੋ ਤਿਸ ਭਾਵੈ ਸੋ ਪਰਵਾਨ। ਤਪ ਕਾਗਦ ਤੇਰਾ ਨਾਮ ਨਿਸ਼ਾਨ। ਜਿਨ ਕੋ ਲਿਖਿਆ ਇਹੋ ਨਿਦਾਨ। ਸੇ ਧਨਵੰਤ ਦਿਸਹਿ ਘਰ ਜਾਏ। ਨਾਨਕ ਜਨਨੀ ਧੰਨੀ ਮਾਏ। ਸੇ ਧਨਵੰਤ ਦਿਸਹਿ ਘਰ ਜਾਏ। ਨਾਨਕ ਜਨਨੀ ਧੰਨੀ ਮਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤ ਸੰਗਤ ਜੀਓ, ਆਪ ਸੰਗਤਾਂ ਜੁਗੋ ਜੁਗ ਅਟਲ ਸਤਿਗੁਰੂ ਚਬਰ ਤਖਤ ਛਤਰ ਦੇ ਮਾਲਕ ਦਸੋ ਪਾਤਸ਼ਾਹੀਆਂ ਦੀ ਪਵਿੱਤਰ ਜੋਤ ਜ਼ਾਹਰਾ ਜ਼ਹੂਰ ਹਾਜ਼ਰਾ ਹਜ਼ੂਰ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਚਰਨਾਂ ਦੇ ਵਿੱਚ ਹਾਜ਼ਰੀਆਂ ਭਰ ਰਹੇ ਹੋ। ਸਤਿਗੁਰੂ ਦੀ ਅੰਮ੍ਰਿਤਮਈ ਬਾਣੀ ਦਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਹੁਣ ਕਥਾ ਦਾ ਸਮਾਂ ਹੋ ਰਿਹਾ ਹੈ। ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਹਨ, ਪਾਰ ਬ੍ਰਹਮ ਹੋਆ ਸਹਾਈ, ਕਥਾ ਕੀਰਤਨ ਸੁਖਦਾਈ। ਜਦੋਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਮਿਹਰਬਾਨ ਹੁੰਦਾ ਹੈ, ਕਿਸੇ ਦਾ ਮਦਦਗਾਰ ਬਣਦਾ ਹੈ, ਉਸ ਵੇਲੇ ਆਹ ਸੁਭਾਗਾ ਸਮਾਂ ਸਾਨੂੰ ਪ੍ਰਾਪਤ ਹੋ ਜਾਂਦਾ ਹੈ। ਸਤਸੰਗਤ ਦੇ ਵਿੱਚ ਆ ਜਾਂਦੇ ਹਾਂ। ਇੱਥੇ ਬੈਠ ਕੇ ਕਥਾ ਕੀਰਤਨ ਸੁਖਦਾਈ। ਕਥਾ ਅਤੇ ਕੀਰਤਨ ਇਹ ਆਤਮਿਕ ਸੁਖ ਦੇ ਵਸੀਲੇ ਹਨ। ਇਹਨਾਂ ਦੀ ਦਾਤ ਸਾਨੂੰ ਪ੍ਰਾਪਤ ਹੁੰਦੀ ਹੈ। ਆਪ ਸੰਗਤਾਂ ਨੇ ਜਿੱਥੇ ਇਲਾਹੀ ਬਾਣੀ ਦਾ ਕੀਰਤਨ ਸੁਣਿਆ ਹੈ, ਹੁਣ ਉੱਥੇ ਪਾਵਨ ਗੁਰਬਾਣੀ ਦੀ ਵਿਚਾਰ ਸਰਵਣ ਕਰ ਰਹੇ ਹੋ। ਸਾਡੇ ਸਿੱਖਾਂ ਦੇ ਪ੍ਰਥਮ ਗੁਰੂ ਜ਼ਾਹਰ ਪੀਰ ਜਗਤ ਗੁਰੂ ਬਾਬਾ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੀ ਪਵਿੱਤਰ ਬਾਣੀ ਦੀ ਵਿਚਾਰ ਚੱਲ ਰਹੀ ਹੈ। ਮਲਾਰ ਰਾਗ ਦੇ ਆਰੰਭ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਸ਼ਬਦ ਉਚਾਰਨ ਕਰਕੇ ਲਿਖੇ ਗਏ ਹਨ। ਸਤ ਸ਼ਬਦਾਂ ਦੀ ਵਿਚਾਰ ਆਪ ਸੰਗਤਾਂ ਸਰਵਣ ਕਰ ਚੁੱਕੇ ਹੋ। ਕੱਲ੍ਹ ਦੀ ਕਥਾ ਦੇ ਵਿੱਚ ਉਥਾਨਕਾ ਵਿੱਚ ਆਪ ਸੰਗਤਾਂ ਨੇ ਸਰਵਣ ਕੀਤਾ ਸੀ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਦੋਂ ਆਪਣੇ ਜਨਮ ਨਗਰ ਰਾਏ ਭੋਈ ਕੀ ਤਲਵੰਡੀ, ਜਿਸ ਨੂੰ ਅਸੀਂ ਸ੍ਰੀ ਨਨਕਾਣਾ ਸਾਹਿਬ ਜੀ ਦੇ ਨਾਮ ਦੇ ਨਾਲ ਯਾਦ ਕਰਦੇ ਹਾਂ, ਉੱਥੇ ਬਿਰਾਜਮਾਨ ਸਨ। ਮਨ ਦੇ ਵਿੱਚ ਵੈਰਾਗ ਪੈਦਾ ਹੋਇਆ। ਅੰਨ ਪਾਣੀ ਛੱਡ ਦਿੱਤਾ, ਸੌਣਾ ਵੀ ਘਟਾ ਦਿੱਤਾ। ਨਾ ਘਰੋਂ ਬਾਹਰ ਨਿਕਲਦੇ ਨੇ ਅਤੇ ਨਾ ਹੀ ਆਪਣੇ ਹਾਣੀਆਂ ਦੇ ਨਾਲ ਖੇਡਦੇ ਨੇ, ਅਤੇ ਨਾ ਹੀ ਕਦੀ ਪਰਿਵਾਰ ਵਿੱਚ ਬੈਠ ਕੇ ਕੋਈ ਵਿਚਾਰਾਂ ਕਰਦੇ ਹਨ। ਮਾਤਾ ਪਿਤਾ ਨੂੰ ਫਿਕਰ ਹੋਇਆ,
ਸ਼ਾਇਦ ਗੁਰੂ ਮਹਾਰਾਜ ਬਿਮਾਰ ਹੋ ਗਏ ਨੇ, ਕੋਈ ਇਹਨਾਂ ਨੂੰ ਬਿਮਾਰੀ ਲੱਗ ਗਈ ਹੈ। ਬਾਬਾ ਕਾਲੂ ਜੀ ਨੇ ਹਰਦਾਸ ਵੈਦ ਜੋ ਬੜਾ ਸਿਆਣਾ ਸੀ ਉਹਨੂੰ ਬੁਲਾ ਕੇ ਲਿਆਂਦਾ। ਉਸਨੇ ਆ ਕੇ ਜਦੋਂ ਗੁਰੂ ਨਾਨਕ ਸਾਹਿਬ ਜੀ ਦਾ ਚੈੱਕਅਪ ਕੀਤਾ, ਨਬਜ਼ ਫੜੀ ਦੇਖਣ ਲੱਗਿਆ ਤੇ ਉਹਨੂੰ ਕਿਸੇ ਬਿਮਾਰੀ ਦਾ ਪਤਾ ਨਾ ਲੱਗ ਸਕਿਆ, ਬਿਮਾਰੀ ਕੋਈ ਹੈ ਹੀ ਨਹੀਂ ਸੀ। ਫਿਰ ਇਸ ਨੇ ਬੇਨਤੀ ਕੀਤੀ, ਮਹਾਰਾਜ ਤੁਹਾਡੇ ਸਰੀਰ ਨੂੰ ਬਿਮਾਰੀ ਦੇ ਕੋਈ ਜਾਪਦੀ ਨਹੀਂ, ਪਰ ਹੁਣ ਤੁਸੀਂ ਇਹ ਦੱਸੋ ਤੁਹਾਨੂੰ ਕਿਹੜਾ ਦੁੱਖ ਹੈ ਜੋ ਤੁਹਾਨੂੰ ਪਰੇਸ਼ਾਨ ਕਰ ਰਿਹਾ ਹੈ। ਤਾਂ ਉਸ ਵੇਲੇ ਗੁਰੂ ਮਹਾਰਾਜ ਨੇ ਉਸ ਦੁੱਖਾਂ ਦਾ ਜ਼ਿਕਰ ਕੀਤਾ ਹੈ ਜਿਨ੍ਹਾਂ ਦੇ ਕਾਰਨ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਘਰ ਦੇ ਵਿੱਚ ਖਾਣਾ ਪੀਣਾ ਛੱਡ ਕੇ, ਬੋਲਣਾ ਚੱਲਣਾ ਛੱਡ ਕੇ, ਹੱਸਣਾ ਖੇਡਣਾ ਛੱਡ ਕੇ ਚੁੱਪਚਾਪ ਬਰਾਜੇ ਰਹਿੰਦੇ ਨੇ। ਉਹ ਕਿਹੜੇ ਦੁੱਖ ਸਨ? ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗੈ ਤਨ ਧਾਏ, ਵੈਦ ਨਾ ਭੋਲੇ ਦਾਰੂ ਲਾਏ। ਸਤਿਗੁਰੂ ਕਹਿਣ ਲੱਗੇ, ਹਰਦਾਸ ਵੈਦ ਤੂੰ ਤੇ ਭੋਲਾ ਹੀ ਹੈ, ਜਿਹੜੇ ਸਾਨੂੰ ਦੁੱਖ ਚਿੰਬੜੇ ਹੋਏ ਨੇ ਉਹ ਤੈਨੂੰ ਵੀ ਚਿੰਬੜੇ ਹੋਏ ਨੇ। ਪ੍ਰਭੂ ਵਿਛੋੜੇ ਦਾ ਦੁੱਖ, ਤ੍ਰਿਸ਼ਨਾ ਦੀ ਭੁੱਖ ਦਾ ਦੁੱਖ, ਡਾਢੇ ਜਮਦੂਤਾਂ ਦੀ ਸਜ਼ਾ ਦਾ ਦੁੱਖ, ਸਰੀਰਕ ਰੋਗਾਂ ਦਾ ਦੁੱਖ, ਇਹ ਸਾਨੂੰ ਸਾਰਿਆਂ ਨੂੰ ਹੀ ਚਿੰਬੜਿਆ ਹੋਇਆ ਹੈ। ਤੂੰ ਹੁਣ ਦੱਸ ਕਿਹੜੇ ਦੁੱਖ ਦਾ ਇਲਾਜ ਕਰ ਸਕਦਾ ਹੈ? ਕੀ ਵਿਛੋੜੇ ਦੇ ਦੁੱਖ ਨੂੰ ਦੂਰ ਕਰਨ ਲਈ ਕੋਈ ਤੇਰੇ ਕੋਲੇ ਦਵਾਈ ਹੈ? ਤ੍ਰਿਸ਼ਨਾ ਦੀ ਭੁੱਖ ਨੂੰ ਦੂਰ ਕਰਨ ਦੇ ਲਈ ਕੋਈ ਤੇਰੇ ਕੋਲੇ ਇਲਾਜ ਹੈ? ਜਮਾਂ ਦੀ ਸਜ਼ਾ ਤੋਂ ਬਚਣ ਦੇ ਲਈ ਕੋਈ ਤੇਰੇ ਕੋਲੇ ਕੋਈ ਨੁਸਖਾ ਹੈ? ਸਰੀਰਕ ਰੋਗਾਂ ਤੋਂ ਬਚਣ ਦੇ ਲਈ ਵੀ ਜੇ ਤੇਰੇ ਕੋਲੇ ਕੋਈ ਐਸਾ ਫਾਰਮੂਲਾ ਹੈ ਉਹ ਸਾਨੂੰ ਦੱਸ। ਤੇ ਫਿਰ ਇਹ ਹੈਰਾਨ ਹੋਇਆ, ਕਹਿਣ ਲੱਗਾ, ਮਹਾਰਾਜ ਮੈਨੂੰ ਤੇ ਇਸ ਗੱਲ ਦੀ ਸਮਝ ਨਹੀਂ ਆ ਰਹੀ ਕਿ ਮੈਂ ਇੱਕ ਸਰੀਰਕ ਰੋਗਾਂ ਦਾ ਡਾਕਟਰ ਹਾਂ, ਮੈਂ ਉਹਨਾਂ ਦਾ ਇਲਾਜ ਕਰ ਸਕਦਾ। ਜਿਹੜੇ ਦੁੱਖ ਤੁਸੀਂ ਦੱਸ ਰਹੇ ਹੋ ਇਹਨਾਂ ਦਾ ਇਲਾਜ ਮੇਰੇ ਕੋਲ ਨਹੀਂ ਹੈ। ਹੁਣ ਸਤਿਗੁਰੂ ਕਹਿਣ ਲੱਗੇ, ਫਿਰ ਤੂੰ ਐਵੇਂ ਵੈਦ ਬਣਿਆ ਹੋਇਆ? ਕਹਿੰਦਾ, ਨਹੀਂ, ਮੇਰੇ ਵਿੱਚ ਇੱਕ ਬਹੁਤ ਵੱਡਾ ਗੁਣ ਹੈ। ਮੈਂ ਸੰਖੀਆ ਇੱਕ ਜ਼ਹਿਰ ਮੰਨੀ ਹੈ, ਜਿਸ ਨੂੰ ਮੋਹਰਾ ਵੀ ਕਹਿ ਦਿੰਦੇ ਨੇ, ਵੀ ਮੈਂ ਸੰਖੀਆ ਮਾਰਨਾ ਜਾਣਦਾ। ਸੰਖੀਏ ਨੂੰ ਮਾਰ ਕੇ, ਸੰਖੀਏ ਨੂੰ ਸੋਧ ਕੇ ਜਦੋਂ ਕੋਈ ਇਸ ਨੂੰ ਕਿਸੇ ਡਾਕਟਰ ਦੀ ਸਲਾਹ ਦੇ ਨਾਲ ਵਰਤਦਾ ਹੈ, ਉਹ ਕਈ ਬਿਮਾਰੀਆਂ ਨੂੰ ਦੂਰ ਕਰ ਦਿੰਦਾ। ਇਹ ਕਹਿੰਦਾ, ਮੈਨੂੰ ਸੰਖੀਆ ਮਾਰਨ ਦਾ ਪਤਾ ਹੈ। ਪੁਰਾਣੇ ਵੈਦ ਇੱਕ ਰਸਾਇਣ ਤਿਆਰ ਕਰਦੇ ਸਨ। ਉਹ ਪਾਰੇ ਨੂੰ ਸੋਧ ਕੇ, ਕੱਚਾ ਪਾਰਾ ਤੇ ਜ਼ਹਿਰ ਹੁੰਦਾ ਹੈ, ਅਤੇ ਫਿਰ ਉਸ ਤੋਂ ਅੱਗੇ ਰਸਾਇਣ ਤਿਆਰ ਕਰਦੇ ਸਨ। ਉਹਦੇ ਨਾਲ ਸਰੀਰ ਨੂੰ ਬੜੀ ਵੱਡੀ ਤਾਕਤ ਮਿਲਦੀ ਸੀ। ਇਹ ਕਹਿੰਦਾ, ਮੈਂ ਇਹ ਸਾਰੇ ਨੁਸਖੇ ਜਾਣਦਾ ਹਾਂ। ਤਾਂ ਗਰੀਬਨ ਨਵਾਜ਼ ਸਤਿਗੁਰੂ ਜੀ ਇਸ ਵੈਦ ਨੂੰ ਰਹਾਉ ਦੀਆਂ ਪੰਕਤੀਆਂ ਵਿੱਚ ਸੰਬੋਧਨ ਕਰਕੇ ਇਹਨੂੰ ਉਪਦੇਸ਼ ਦੇਣ ਲੱਗੇ ਹਨ। ਐਸਾ ਦਾਰੂ ਖਾਹੇ ਗੁਆਰ, ਜਿਤ ਖਾਧੈ ਤੇਰੇ ਜਾਹੇ ਬੇਕਾਰ। ਰਹਾਉ ਗਰੀਬਨ ਨਵਾਜ਼ ਸਤਿਗੁਰੂ ਜੀ ਕਹਿਣ ਲੱਗੇ, ਤੇਰੇ ਕੋਲ ਇਹੋ ਜਿਹੇ ਨੁਸਖੇ ਤਾਂ ਹਨ, ਤੂੰ ਇਹ ਗੱਲ ਆਖਦਾ ਜਿਹੜਾ ਰਸਾਇਣ ਖਾ ਲਵੇ, ਸੋਨ ਮੱਖੀ ਅਤੇ ਹੋਰ ਜਿਹੜੇ ਕੁਛ ਤੇ ਖਾ ਲਵੇ, ਉਹਦੇ ਸਰੀਰ ਤੋਂ
ਸਾਰੇ ਰੋਗ ਦੂਰ ਹੋ ਜਾਂਦੇ ਨੇ, ਬਿਮਾਰੀਆਂ ਭੱਜ ਜਾਂਦੀਆਂ ਨੇ, ਪਰ ਉਹ ਮਨ ਦੇ ਵਿਕਾਰਾਂ ਨੂੰ ਤਾਂ ਨਹੀਂ ਮੇਟ ਸਕਦੇ। ਜਿਹੜੇ ਮਨ ਦੇ ਵਿਕਾਰ ਨੇ ਉਹ ਕਿਵੇਂ ਜਾ ਸਕਦੇ ਨੇ? ਇਹੋ ਜਿਹਾ ਕੋਈ ਫਾਰਮੂਲਾ ਹੈ, ਕੋਈ ਇਹੋ ਜਿਹੀ ਦਵਾਈ ਹੈ? ਐਸਾ ਦਾਰੂ ਖਾਹੇ ਗਵਾਰ। ਸਤਿਗੁਰੂ ਉਸ ਹਰਦਾਸ ਵੈਦ ਨੂੰ ਕਹਿੰਦੇ, ਗਵਾਰ ਤੂੰ ਇਹੋ ਜਿਹੀ ਦਵਾਈ ਤੋਂ ਅਗਿਆਤ ਹੈ, ਬੇਸਮਝ ਹੈ, ਤੈਨੂੰ ਇਹੋ ਜਿਹੀ ਦਵਾਈ ਦਾ ਪਤਾ ਹੀ ਨਹੀਂ, ਜਿਸ ਦਵਾਈ ਦੇ ਖਾਣ ਦੇ ਨਾਲ ਸਾਡੇ ਤਨ ਨੂੰ ਵੀ ਅਤੇ ਸਾਡੇ ਮਨ ਨੂੰ ਵੀ ਆਰਾਮ ਮਿਲ ਸਕੇ। ਐਸਾ ਦਾਰੂ ਖਾਹੇ ਗਵਾਰ। ਤੂੰ ਦੂਜਿਆਂ ਨੂੰ ਨੁਸਖੇ ਦੇਣਾ ਹੈ, ਦੂਜਿਆਂ ਨੂੰ ਦਵਾਈਆਂ ਖਾਣ ਲਈ ਆਖਦਾ ਹੈ। ਓਏ ਮੂਰਖਾ, ਇਹੋ ਜਿਹੀ ਦਵਾਈ ਤੂੰ ਖੁਦ ਵੀ ਖਾ ਕੇ ਵੇਖ, ਜਿਤ ਖਾਧਾ ਤੇਰੇ ਜਾਹੇ ਵਿਕਾਰ। ਜਿਸ ਨੂੰ ਖਾਣ ਦੇ ਨਾਲ ਤੇਰੇ ਸਾਰੇ ਵਿਕਾਰ, ਵੈਦਿਕ ਦੇ ਗ੍ਰੰਥਾਂ ਦੇ ਵਿੱਚ ਵਿਕਾਰ ਕਹਿੰਦੇ ਨੇ ਜਿਹੜੇ ਸਰੀਰ ਦੇ ਰੋਗ ਨੇ, ਵੀ ਇਹਦੇ ਸਰੀਰ ਵਿੱਚ ਵਿਕਾਰ ਹੈ, ਕੋਈ ਬਿਮਾਰੀ ਹੈ। ਅਤੇ ਜਿਹੜੇ ਮਨ ਦੇ ਵਿਕਾਰ ਨੇ ਉਹ ਵੀ ਇਸ ਦੇ ਨਾਲ ਦੂਰ ਹੋ ਸਕਦੇ ਨੇ। ਤੂੰ ਇਹੋ ਜਿਹੀ ਦਵਾਈ ਵਰਤ ਕੇ ਦੇਖ। ਇਹ ਕਹਿਣ ਲੱਗਾ ਫਿਰ ਮਹਾਰਾਜ, ਉਹ ਤਾਂ ਤੁਸੀਂ ਹੀ ਦੱਸ ਸਕਦੇ ਹੋ, ਉਹ ਦਵਾਈ, ਉਹ ਨੁਸਖਾ, ਉਹ ਰਸਾਇਣ, ਉਹ ਫਾਰਮੂਲਾ ਜਿਸ ਦੇ ਨਾਲ ਮਨ ਦੇ ਵਿਕਾਰ ਵੀ ਦੂਰ ਹੋ ਜਾਂਦੇ ਨੇ। ਲਓ ਹਜ਼ੂਰ ਕਹਿੰਦੇ, ਜੇ ਤੂੰ ਸੁਣਨਾ ਚਾਹੁੰਦਾ ਲੈ ਸੁਣ, ਅਸੀਂ ਤੈਨੂੰ ਦੱਸਦੇ ਹਾਂ ਉਹ ਕਿਹੜੀ ਦਵਾਈ ਹੈ, ਕਿਹੜਾ ਕੁਸ਼ਤਾ ਹੈ, ਕਿਹੜਾ ਫਾਰਮੂਲਾ ਹੈ, ਕਿਵੇਂ ਤਿਆਰ ਹੁੰਦਾ ਹੈ। ਲੈ ਸੁਣ ਧਿਆਨ ਦੇ ਨਾਲ। ਆਪ ਸੰਗਤਾਂ ਪ੍ਰੇਮ ਦੇ ਨਾਲ ਪਾਵਨ ਬਾਣੀ ਦੀ ਵਿਚਾਰ ਸਰਵਣ ਕਰੋ ਅਤੇ ਇੱਕ ਵਾਰ ਪਿਆਰ ਦੇ ਨਾਲ ਆਖੋ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਲਾਰ ਮਹੱਲਾ ਪਹਿਲਾ। ਦੁਖ ਮੋਹਰਾ ਮਾਰਨ ਹਰ ਨਾਮ, ਸਿਲਾ ਸੰਤੋਖ ਪੀਸਣ ਹੱਥ ਦਾਨ। ਮਲਾਰ ਰਾਗ ਹੈ। ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਮੇਰਾ ਬੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੀਵੈ, ਕਾਟਾ ਜਮ ਕੀ ਫੰਦਾ। ਸਾਨੂੰ ਸਾਰੇ ਦੁੱਖਾਂ ਦਾ ਇਲਾਜ ਦੱਸਦੇ ਨੇ। ਦੁੱਖ ਮੋਹਰਾ, ਜਿਹੜਾ ਜਨਮ ਮਰਨ ਦਾ ਦੁੱਖ ਹੈ, ਇਹ ਮੋਹਰਾ ਸਾਡੇ ਜੀਵਨ ਦੇ ਲਈ ਇੱਕ ਸੰਖੀਆ ਹੈ, ਜ਼ਹਿਰ ਹੈ। ਹਰ ਆਦਮੀ ਦੁੱਖ ਤੋਂ ਘਬਰਾਉਂਦਾ ਹੈ। ਫਿਰ ਇਸ ਦੁੱਖ ਦੇ ਮੋਹਰੇ ਨੂੰ, ਜ਼ਹਿਰ ਨੂੰ ਕਿਵੇਂ ਨਾਸ਼ ਕੀਤਾ ਜਾ ਸਕਦਾ ਹੈ? ਮਾਰਨ ਹਰ ਨਾਮ। ਇਸ ਦੁੱਖ ਦੇ ਮੋਹਰੇ ਨੂੰ ਮਾਰਨ ਵਾਸਤੇ ਵਾਹਿਗੁਰੂ ਦੇ ਨਾਮ ਦੀ ਓਟ ਲੈਣੀ ਪੈਣੀ। ਅਬ ਕਲੂ ਆਇਓ ਰੇ, ਇੱਕ ਨਾਮ ਬੋਵੋ ਬੋਵੋ, ਅਨਰੂਤ ਨਾਹੀ ਨਾਹੀ, ਮਦ ਪਾਰੋਂ ਪੁਲਹ ਪੁਲੋ। ਸਰਬ ਰੋਗ ਕਾ ਔਖਦ ਨਾਮ। ਦੁੱਖ ਜ਼ਹਿਰ ਹੈ, ਇਹਨੂੰ ਮਾਰਨ ਦਾ ਵਸੀਲਾ ਵਾਹਿਗੁਰੂ ਦਾ ਨਾਮ ਹੈ। ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ। ਕਿਉਂ? ਜਿੰਨੇ ਵੀ ਸਰੀਰਕ ਰੋਗ ਨੇ ਉਹਨਾਂ ਦੀ ਜੜ੍ਹ ਸਾਡੇ ਅੰਦਰ ਹੀ ਹੁੰਦੀ ਹੈ। ਜਦੋਂ ਸਾਡੇ ਮਨ ਦੇ ਵਿੱਚ ਕਿਸੇ ਗੱਲ ਦਾ ਵਹਿਮ ਹੋ ਜਾਂਦਾ ਹੈ, ਉਸ ਵਹਿਮ ਤੋਂ ਹੀ ਅੱਗੇ ਬਿਮਾਰੀ ਪੈਦਾ ਹੁੰਦੀ ਹੈ। ਹੁਣ ਵਹਿਮ ਨੂੰ ਕੋਈ ਦਵਾਈ, ਕੋਈ ਡਾਕਟਰ ਦੂਰ ਨਹੀਂ ਕਰ ਸਕਦਾ। ਸਾਡੇ ਮਨ ਦੇ ਵਹਿਮ ਨੂੰ ਮੇਰਾ ਬੈਦ ਗੁਰੂ ਗੋਬਿੰਦਾ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਕੇ ਦੂਰ ਕਰ ਸਕਦੇ ਨੇ। ਇਸੇ ਲਈ ਸਤਿਗੁਰੂ ਕਹਿੰਦੇ ਨੇ, ਭਾਈ ਵਾਹਿਗੁਰੂ ਦੇ ਨਾਮ ਨੂੰ ਜਪੋ। ਜਦੋਂ ਤੁਸੀਂ ਨਾਮ ਨੂੰ ਜਪੋਗੇ, ਉਹ ਨਾਮ ਤੁਹਾਡੇ ਸਵਾਸਾਂ ਦੇ ਵਿੱਚ ਘੁਲ ਮਿਲ ਜਾਵੇਗਾ ਅਤੇ ਫਿਰ ਉਸਨੇ ਆਪਣਾ ਅਸਰ ਕਰਨਾ ਸ਼ੁਰੂ ਕਰ ਦੇਣਾ। ਇੱਕ ਗੱਲ ਇਹ ਵੀ ਯਾਦ ਰੱਖੋ, ਜਿੰਨਾ ਚਿਰ ਦਵਾਈ ਸਾਡੇ ਅੰਦਰ ਨਹੀਂ ਨਾ ਜਾਂਦੀ, ਉਨਾ ਚਿਰ ਤੱਕ ਉਹ ਅਸਰ ਨਹੀਂ ਕਰਦੀ।
ਜਿਹੜੀ ਦਵਾਈ ਆਪਾਂ ਖਾਂਦੇ ਹਾਂ ਸਾਡੇ ਮਿਹਦੇ ਵਿੱਚ ਚਲੀ ਜਾਂਦੀ ਹੈ, ਖੂਨ ਦੇ ਵਿੱਚ ਰਲ ਜਾਂਦੀ ਹੈ, ਉਹ ਬਿਮਾਰੀ ਨੂੰ ਦੂਰ ਕਰਦੀ ਹੈ। ਹੁਣ ਜਿਹੜਾ ਨਾਮ ਹੈ ਇਹ ਵੀ ਇੱਕ ਦਵਾਈ ਹੈ। ਦੁੱਖ ਮੋਹਰਾ ਮਾਰਨ ਹਾਰਨਾ, ਦੁੱਖ ਦੀ ਜ਼ਹਿਰ ਨੂੰ ਦੂਰ ਕਰਨ ਦਾ ਸਾਧਨ ਵਾਹਿਗੁਰੂ ਦਾ ਨਾਮ ਹੈ। ਹੁਣ ਅਸੀਂ ਇਹ ਜਿਹੜਾ ਨਾਮ ਹੈ ਕੇਵਲ ਰਸਨਾ ਤੱਕ ਹੀ ਸੀਮਤ ਰੱਖਦੇ ਹਾਂ ਵੀ ਰਸਨਾ ਤੋਂ ਵਾਹਿਗੁਰੂ ਵਾਹਿਗੁਰੂ ਜਪ ਲਿਆ ਬਹੁਤ ਹੈ। ਚੰਗੀ ਗੱਲ ਹੈ, ਰਸਨਾ ਤੋਂ ਜਪਣਾ ਕੋਈ ਮਾੜੀ ਗੱਲ ਨਹੀਂ ਹੈ। ਰਸਨਾ ਤੋਂ ਬਾਣੀ ਪੜ੍ਹੋ, ਰਸਨਾ ਤੋਂ ਨਾਮ ਜਪੋ, ਬਹੁਤ ਚੰਗੀ ਗੱਲ ਹੈ। ਪਰ ਬਹੁਤ ਸਾਰੇ ਪ੍ਰੇਮੀ ਮਾਈ ਭਾਈ ਐਸੇ ਵੀ ਮਿਲਦੇ ਨੇ, ਕੀ ਕਹਿੰਦੇ ਨੇ, ਅਸੀਂ ਪਾਠ ਵੀ ਕਰਦੇ ਹਾਂ, ਨਾਮ ਵੀ ਜਪਦੇ ਹਾਂ, ਪਰ ਸਾਡੇ ਦੁੱਖ ਦੂਰ ਨਹੀਂ ਹੁੰਦੇ। ਇਹ ਸ਼ਿਕਾਇਤ ਆਮ ਸੁਣਨ ਨੂੰ ਮਿਲਦੀ ਹੈ। ਪਾਠ ਵੀ ਕਰਦੇ ਹਾਂ, ਨਾਮ ਵੀ ਜਪਦੇ, ਪਰ ਦੁੱਖ ਨਹੀਂ ਦੂਰ ਹੁੰਦੇ। ਇਹਦਾ ਕਾਰਨ ਇਹ ਹੈ, ਉਹ ਜਿਹੜਾ ਪਾਠ ਕਰਦੇ ਹਾਂ ਜਾਂ ਨਾਮ ਜਪਦੇ ਹਾਂ ਉਹ ਸਾਡੇ ਅੰਦਰ ਨਹੀਂ ਗਿਆ। ਜੇ ਅੰਦਰ ਜਾਵੇ ਫਿਰ ਹੀ ਉਹਨੇ ਆਪ ਦਾ ਅਸਰ ਕਰਨਾ। ਉਹ ਸਾਡੀ ਜ਼ੁਬਾਨ 'ਤੇ ਹੀ ਹੈ, ਸਾਡੇ ਮੂੰਹ ਦੇ ਵਿੱਚ ਹੀ ਪਿਆ ਹੋਇਆ। ਜਿਹੜੀ ਦਵਾਈ ਮੂੰਹ ਦੇ ਵਿੱਚ ਹੀ ਰਵੇ, ਅੰਦਰ ਨਾ ਜਾਵੇ, ਉਹਨੇ ਅਸਰ ਨਹੀਂ ਕਰਨਾ। ਇਸੇ ਲਈ ਮਹਾਂਪੁਰਖ ਇਹ ਗੱਲ ਆਖਦੇ ਸਨ ਬਈ ਜਿਹੜਾ ਤੁਸੀਂ ਨਾਮ ਜਪਦੇ ਹੋ ਇਹਨੂੰ ਆਪਣੇ ਅੰਦਰ ਲਿਜਾਣਾ ਪਵੇਗਾ। ਜਦੋਂ ਇਹ ਨਾਮ ਦੀ ਦਵਾਈ ਸਾਡੇ ਅੰਦਰ ਜਾਵੇਗੀ ਤੇ ਫਿਰ ਇਹਨੇ ਆਪਣਾ ਅਸਰ ਕਰਨਾ ਸ਼ੁਰੂ ਕਰ ਦੇਣਾ। ਇਹ ਅੰਦਰ ਕਿਵੇਂ ਜਾਵੇਗੀ? ਇੱਕ ਵਾਰ ਕਲਗੀਧਰ ਪਾਤਸ਼ਾਹ ਸਾਹਿਬ ਕਮਾਲ ਦਾ ਦਰਬਾਰ ਸਜਿਆ ਹੋਇਆ ਸੀ। ਕੁਝ ਸਿੰਘਾਂ ਨੇ ਹਜ਼ੂਰ ਦੇ ਚਰਨਾਂ ਵਿੱਚ ਬੇਨਤੀ ਕੀਤੀ, ਮਹਾਰਾਜ ਅਸੀਂ ਪਾਠ ਵੀ ਕਰਦੇ ਹਾਂ, ਨਾਮ ਵੀ ਜਪਦੇ ਹਾਂ, ਪਰ ਆਨੰਦ ਨਹੀਂ ਪ੍ਰਾਪਤ ਹੋਇਆ। ਤਾਂ ਗਰੀਬ ਨਿਵਾਜ ਸਤਿਗੁਰੂ ਜੀ ਕਹਿਣ ਲੱਗੇ, ਭਾਈ ਕੋਈ ਨਾ ਕੋਈ ਕਿਤੇ ਕੋਈ ਨਾ ਕੋਈ ਤੁਹਾਡੇ ਕੋਲੋਂ ਉਕਾਈ ਰਹਿ ਗਈ ਹੈ। ਕਹਿਣ ਲੱਗੇ, ਨਹੀਂ ਮਹਾਰਾਜ, ਅਸੀਂ ਤਾਂ ਰੋਜ਼ ਨਿਤਨੇਮ ਕਰਦੇ ਹਾਂ, ਨਾਮ ਵੀ ਜਪਦੇ ਹਾਂ, ਪਰ ਪਤਾ ਨਹੀਂ ਕਿਉਂ ਗੱਲ ਜੀ ਨਹੀਂ ਬਣਦੀ, ਅੰਦਰੋਂ ਖੁਸ਼ਕ ਜਿਹੇ ਰਹਿੰਦੇ। ਤਾਂ ਗਰੀਬ ਨਿਵਾਜ ਸਤਿਗੁਰੂ ਜੀ ਨੇ ਉਹਨਾਂ ਸਿੰਘਾਂ ਨੂੰ ਸਮਝਾਉਣ ਦੀ ਖਾਤਰ ਇੱਕ ਐਸੀ ਜੁਗਤ ਵਰਤੀ। ਕਹਿਣ ਲੱਗੇ, ਖਾਲਸਾ ਜੀ ਗਰਮੀ ਦਾ ਮੌਸਮ ਸੀ, ਕਹਿੰਦੇ ਸ਼ਰਦਾਈ ਤਿਆਰ ਕਰੋ। ਬਦਾਮ, ਖਸਖਸ, ਮਗਜ਼, ਕਾਲੀ ਮਿਰਚ ਪਾ ਕੇ ਸਿੰਘਾਂ ਨੇ ਰਗੜਾ ਲਾਏ, ਸ਼ਰਦਾਈ ਤਿਆਰ ਕਰ ਲਈ। ਅਤੇ ਜਦੋਂ ਸ਼ਰਦਾਈ ਤਿਆਰ ਹੋ ਗਈ ਤਾਂ ਕਹਿਣ ਲੱਗੇ, ਹਜ਼ੂਰ ਹੁਣ ਕੀ ਹੁਕਮ ਹੈ? ਚੋਜੀ ਪਾਤਸ਼ਾਹ ਦੇ ਕੌਤਕ ਬੜੇ ਅਲੌਕਿਕ ਸਨ। ਕਹਿਣ ਲੱਗੇ, ਖਾਲਸਾ ਜੀ ਇੱਕ ਬਾਟਾ ਸਾਨੂੰ ਭਰ ਕੇ ਦਿਓ, ਸਾਨੂੰ ਪਿਆਸ ਲੱਗੀ ਹੋਈ ਹੈ। ਸਿੰਘ ਬੜੇ ਪ੍ਰਸੰਨ ਹੋਏ ਵੀ ਸਾਡੀ ਮਿਹਨਤ ਸਫਲ ਹੋਈ, ਸਤਿਗੁਰੂ ਸੱਚੇ ਪਾਤਸ਼ਾਹ ਸ਼ਰਦਾਈ ਛਕਣਗੇ। ਹੁਣ ਗੁਰੂ ਮਹਾਰਾਜ ਨੇ ਸ਼ਰਦਾਈ ਛਕ ਲਈ। ਫਿਰ ਕਹਿਣ ਲੱਗੇ, ਮਹਾਰਾਜ ਅੱਗੇ ਕੀ ਹੁਕਮ ਹੈ? ਚੋਜੀ ਪਾਤਸ਼ਾਹ ਕਹਿਣ ਲੱਗੇ, ਅੱਗੇ ਹੁਕਮ ਇਹ ਹੈ, ਤੁਸੀਂ ਸਾਰੇ ਸਿੰਘਾਂ ਨੂੰ ਵੀ ਸ਼ਰਦਾਈ ਵਰਤਾ ਦਿਓ, ਪਰ ਨਾਲ ਦੀ ਨਾਲ ਆਹ ਸਾਡਾ ਬਚਨ ਧਿਆਨ ਦੇ ਨਾਲ ਸੁਣ ਲੈਣਾ। ਅੱਜ ਇਸ ਸ਼ਰਦਾਈ ਨੂੰ ਕਿਸੇ ਨੇ ਪੀਣਾ ਨਹੀਂ, ਕੁਰਲੀਆਂ ਕਰਕੇ ਬਾਹਰ ਡੋਲ ਦੇਣੀ ਹੈ। ਸਾਰੇ ਸਿੰਘ ਹੈਰਾਨ ਹੋਏ। ਮਿਹਨਤ ਵੀ ਕੀਤੀ ਸੀ, ਪਹਿਲਾਂ ਸ਼ਰਦਾਈ ਰਗੜਨ ਦੇ ਵਾਸਤੇ ਬਹੁਤ ਮਿਹਨਤ ਕਰਨੀ ਪੈਂਦੀ ਸੀ। ਉਸ ਵੇਲੇ ਕੁੰਡੇ ਅਤੇ ਘੋਟਣਿਆਂ ਨਾਲ ਹੀ ਕਈ ਘੰਟੇ ਸ਼ਰਦਾਈ ਰਗੜਨ ਨੂੰ ਲੱਗ ਜਾਂਦੇ ਸਨ। ਮੌਸਮ ਗਰਮੀ ਦਾ ਸੀ, ਪਿਆਸ ਵੀ ਬੜੀ ਲੱਗੀ ਹੋਈ ਸੀ। ਪਰ ਹੁਣ ਸਤਿਗੁਰੂ ਨੇ ਇਹ ਕਹਿ ਦਿੱਤਾ, ਅੱਜ ਕਿਸੇ ਵੀ ਸਿੰਘ ਨੇ ਸ਼ਰਦਾਈ ਛਕਣੀ ਨਹੀਂ, ਬਸ ਕੁਰਲੀਆਂ ਕਰਕੇ ਬਾਹਰ ਸੁੱਟ ਦੇਣੀ ਹੈ। ਸਿੰਘ ਮਜਬੂਰ ਸਨ, ਸਭ ਨੇ ਬਾਟੇ ਭਰੇ, ਕੁਰਲੀਆਂ ਕਰ ਕਰਕੇ ਸ਼ਰਦਾਈ ਬਾਹਰ ਸੁੱਟ ਦਿੱਤੀ। ਚੋਜੀ ਪਾਤਸ਼ਾਹ ਕਹਿਣ ਲੱਗੇ, ਕੋਈ ਆਇਆ ਤਰਾਰਾ, ਕੋਈ ਆਇਆ ਸਰੂਰ, ਕੋਈ ਆਇਆ ਨਜ਼ਾਰਾ। ਅੱਗੋਂ ਸਿੰਘਾਂ ਨੇ ਹੱਥ ਜੋੜੇ, ਕਹਿਣ ਲੱਗੇ, ਸੱਚੇ ਪਾਤਸ਼ਾਹ ਜੇ ਪੀ ਲੈਂਦੇ
ਤਾਂ ਹੀ ਨਜ਼ਾਰਾ ਆਉਣਾ ਸੀ, ਪਰ ਪੀਣ ਦਾ ਤਾਂ ਹੁਕਮ ਹੀ ਕੋਈ ਨਹੀਂ ਸੀ। ਪੀ ਲੈਂਦੇ ਤਾਂ ਹੀ ਸਰੂਰ ਆਉਣਾ ਸੀ, ਤਾਂ ਹੀ ਪਿਆਸ ਬੁਝਣੀ ਸੀ, ਤਾਂ ਹੀ ਆਨੰਦ ਪ੍ਰਾਪਤ ਹੋਣਾ ਸੀ, ਪਰ ਪੀਤੀ ਤੇ ਹੈ ਹੀ ਨਹੀਂ। ਚੋਜੀ ਪਾਤਸ਼ਾਹ ਹੱਸ ਕੇ ਕਹਿਣ ਲੱਗੇ, ਖਾਲਸਾ ਜੀ, ਆ ਜੋ ਸਤਿਗੁਰੂ ਨੇ ਤੁਹਾਨੂੰ ਅੰਮ੍ਰਿਤ ਬਾਣੀ ਦੀ ਨਾਮ ਦੀ ਦਾਤ ਬਖਸ਼ਿਸ਼ ਕੀਤੀ ਹੈ, ਇਹ ਵੀ ਅੰਮ੍ਰਿਤ ਦੀ ਧਾਰ ਹੈ। ਸਾਚੀ ਬਾਣੀ ਮੀਠੀ ਅੰਮ੍ਰਿਤ ਧਾਰ, ਜਨ ਪੀਤੀ ਤਿਸ ਮੋਖ ਦੁਆਰ। ਤੁਸੀਂ ਇਸ ਨਾਮ ਬਾਣੀ ਦੇ ਅੰਮ੍ਰਿਤ ਰਸ ਨੂੰ ਪੀਂਦੇ ਨਹੀਂ, ਕੁਰਲੀਆਂ ਹੀ ਕਰੀ ਜਾਂਦੇ ਹੋ, ਤੇ ਆਨੰਦ ਕਿੱਥੋਂ ਆਉਣਾ ਹੈ? ਸਿੰਘ ਹੈਰਾਨ ਹੋਏ, ਕਹਿਣ ਲੱਗੇ, ਸੱਚੇ ਪਾਤਸ਼ਾਹ, ਫਿਰ ਕਿਰਪਾ ਕਰਕੇ ਹੁਣ ਇਹ ਵੀ ਦੱਸ ਦਿਓ, ਇਹਨੂੰ ਕਿਵੇਂ ਪੀਤਾ ਜਾ ਸਕਦਾ? ਤਾਂ ਹਜ਼ੂਰ ਕਹਿਣ ਲੱਗੇ, ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁੱਖ ਪਰ ਹਰ ਸੁੱਖ ਕਰ ਲੈ ਜਾਏ। ਜਦੋਂ ਬਾਣੀ ਪੜ੍ਹਨੀ ਹੋਵੇ, ਸੁਣਨੀ ਹੋਵੇ, ਗੁਰਬਾਣੀ ਦਾ ਕੀਰਤਨ ਕਰਨਾ ਹੋਵੇ, ਕਥਾ ਵਿਚਾਰ ਕਰਨੀ ਹੋਵੇ ਜਾਂ ਸੁਣਨਾ ਹੋਵੇ, ਤੁਹਾਡੇ ਮਨ ਦੇ ਵਿੱਚ ਭਾਉ ਪ੍ਰੇਮ ਹੋਣਾ ਲਾਜ਼ਮੀ ਹੈ। ਸਾਚ ਕਹੋ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਪ੍ਰੇਮ ਤੋਂ ਬਿਨਾਂ ਰਸ ਨਹੀਂ ਆਉਂਦਾ, ਆਹੀ ਘਾਟ ਹੈ। ਹੁਣ ਅਸੀਂ ਜਦੋਂ ਨਿਤਨੇਮ ਵੀ ਕਰਦੇ ਹਾਂ, ਕੁਛ ਸਮੇਂ ਦੀ ਘਾਟ ਹੁੰਦੀ, ਕੁਛ ਸਾਡਾ ਮਨ ਵੀ ਜ਼ਿਆਦਾ ਕਾਹਲਾ ਜਿਹਾ ਪੈ ਜਾਂਦਾ ਵੀ ਛੇਤੀ ਛੇਤੀ ਪਾਠ ਕਰ ਲਈਏ, ਛੇਤੀ ਛੇਤੀ ਕੰਮ ਮੁਕਾਈਏ, ਪਰ ਇਸ ਤਰ੍ਹਾਂ ਉਹ ਰਸ ਨਹੀਂ ਆਉਂਦਾ। ਫਿਰ ਤੇ ਕੁਰਲੀਆਂ ਵਾਲੀ ਗੱਲ ਰਹਿ ਜਾਂਦੀ ਹੈ। ਹਜ਼ੂਰ ਕਹਿੰਦੇ, ਭਾਈ ਬਾਣੀ ਚਾਹੇ ਥੋੜ੍ਹੀ ਪੜ੍ਹੋ, ਹੌਲੀ ਪੜ੍ਹੋ, ਤੇ ਚਾਹੇ ਘੱਟ ਪੜ੍ਹੋ, ਪਰ ਪ੍ਰੇਮ ਦੇ ਨਾਲ ਪੜ੍ਹੋ, ਸਮਝ ਕੇ ਪੜ੍ਹੋ। ਗੁਰਬਾਣੀ ਤਿੰਨਾਂ ਗੁਰਸਿੱਖਾਂ, ਗੁਰਬਾਣੀ ਪੜ੍ਹ ਸਮਝ ਸੁਣੇਹੀ। ਜਦੋਂ ਆਪਾਂ ਕਾਹਲੀ ਵਿੱਚ ਪਾਠ ਕਰਦੇ, ਸਾਨੂੰ ਸਮਝ ਤਾਂ ਆਪ ਨੂੰ ਨਹੀਂ ਆਉਂਦੀ, ਅਤੇ ਫਿਰ ਜਦੋਂ ਸਾਨੂੰ ਸਮਝ ਹੀ ਨਹੀਂ ਆਉਂਦੀ, ਅਤੇ ਫਿਰ ਰਸ ਕੀ ਆਉਣਾ? ਇਸੇ ਲਈ ਸਤਿਗੁਰੂ ਕਹਿਣ ਲੱਗੇ, ਭਾਈ ਤੁਸੀਂ ਜਦੋਂ ਨਾਮ ਜਪਦੇ ਹੋ, ਬਾਣੀ ਪੜ੍ਹਦੇ ਹੋ, ਪ੍ਰੇਮ ਨਾਲ ਪੜ੍ਹੋ। ਪ੍ਰੇਮ ਨਾਲ ਤੁਸੀਂ ਕਿਸੇ ਵੀ ਇੱਕ ਪੰਕਤੀ ਨੂੰ ਲੈ ਕੇ ਵੀ ਪੜ੍ਹਨਾ ਸ਼ੁਰੂ ਕਰ ਦਿਓਗੇ, ਉਹਦੇ ਵਿੱਚੋਂ ਵੀ ਰਸ ਆਉਣ ਲੱਗ ਜਾਂਦਾ। ਬਾਰ ਬਾਰ ਬਾਣੀ ਪੜ੍ਹਦੇ ਹਾਂ, ਵਾਹਿਗੁਰੂ 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 ਜਪੀ ਚੱਲੋ, ਅੰਦਰੋਂ ਪ੍ਰੇਮ ਹੋਣਾ ਚਾਹੀਦਾ। ਇਹ ਨਾ ਹੋਵੇ, ਮਹਾਂਪੁਰਖ ਇੱਕ ਦੋਹਰਾ ਸੁਣਾਉਂਦੇ ਸਨ, ਮਾਲਾ ਫਿਰਤੀ ਹਾਥ ਮੇ ਜੀ ਫਿਰੈ ਮੁਖ ਮਾਹੀ, ਠੌਰ ਠੌਰ ਮਨੁਆ ਫਿਰੈ ਜਹ ਭਜਨ ਕਛ ਨਾਹੀ। ਹੱਥ ਵਿੱਚ ਮਾਲਾ ਫਿਰਦੀ ਹੈ, ਮੂੰਹ ਦੇ ਵਿੱਚ ਜ਼ੁਬਾਨ ਹਿਲਦੀ ਹੈ, ਮਨ ਆਪਣੀ ਮਰਜ਼ੀ ਦੇ ਨਾਲ ਦੌੜਿਆ ਫਿਰਦਾ ਹੈ, ਇਹਨੂੰ ਤਾਂ ਭਜਨ ਨਹੀਂ ਕਿਹਾ ਜਾ ਸਕਦਾ। ਇਹ ਤਾਂ ਇੱਕ ਦਿਖਾਵਾ ਹੈ, ਇਹਨੂੰ ਪਖੰਡ ਕਿਹਾ ਜਾ ਸਕਦਾ। ਮਾਲਾ ਫਿਰਤੀ ਹਾਥ ਮੇਂ ਜੀ ਫਿਰੈ ਮੁਖ ਮਾਹੀ, ਠੌਰ ਠੌਰ ਮਨੁਆ ਫਿਰੈ ਜਹ ਭਜਨ ਕਛ ਨਾਹੀ। ਭਜਨ ਦੀ ਅਵਸਥਾ ਉਦੋਂ ਬਣਦੀ ਹੈ ਜਦੋਂ ਸਾਡਾ ਮਨ ਟਿਕ ਜਾਂਦਾ ਹੈ, ਸਾਡੀ ਸੁਰਤ ਨਾਮ ਦੇ ਨਾਲ ਜੁੜ ਜਾਂਦੀ ਹੈ। ਅਤੇ ਜਿੰਨਾ ਚਿਰ ਸੁਰਤ ਨਾਮ ਨਾਲ ਨਹੀਂ ਜੁੜਦੀ, ਸਾਡਾ ਧਿਆਨ ਨਾਮ ਦੇ ਨਾਲ ਨਹੀਂ ਜੁੜਦਾ, ਉਹਨਾਂ 'ਚ ਰਸ ਨਹੀਂ ਆਉਂਦਾ। ਬਸ ਆਹੀ ਇੱਕ ਨੁਕਤਾ ਹੈ। ਹਜ਼ੂਰ ਕਹਿੰਦੇ, ਭਾਈ ਦੁੱਖ ਜ਼ਹਿਰ ਹੈ, ਜੇ ਤੁਸੀਂ ਇਹਨੂੰ ਮਾਰਨਾ ਚਾਹੁੰਦੇ ਹੋ, ਫਿਰ ਵਾਹਿਗੁਰੂ ਦਾ ਨਾਮ ਹੀ ਦਾਰੂ ਹੈ। ਤੁਸੀਂ ਵਾਹਿਗੁਰੂ ਦੇ ਨਾਮ ਦੇ ਨਾਲ ਜੁੜੋ। ਉਹ ਨਾਮ ਜਦੋਂ ਤੁਹਾਡੇ ਅੰਦਰ ਜਾਵੇਗਾ, ਫਿਰ ਉਹਨੇ ਤੁਹਾਡੇ ਦੁੱਖਾਂ ਨੂੰ, ਰੋਗਾਂ ਨੂੰ ਅਤੇ ਵਹਿਮਾਂ ਭਰਮਾਂ ਨੂੰ ਦੂਰ ਕਰ ਦੇਣਾ ਹੈ। ਸਿਲਾ ਸੰਤੋਖ ਪੀਸਣ ਹੱਥ ਦਾਨ। ਮਹਾਰਾਜ ਜਦੋਂ ਵੈਦ ਸੰਖੀਏ ਨੂੰ ਸੋਧਦੇ ਸਨ, ਸੰਖੀਏ ਨੂੰ ਮਾਰਦੇ ਸਨ, ਦਾਸ ਨੇ ਆ ਪਿੱਛੇ ਜੇ ਪੰਜਾਬ ਦੀ ਗੱਲ ਹੈ, ਸੁਨਾਮ ਦੇ ਕੋਲੇ ਪਿੰਡ ਖੜਿਆਲ ਹੈ, ਉੱਥੇ ਇੱਕ ਦੋ ਸੱਜਣ ਮਿਲੇ। ਉਹ ਕਹਿੰਦੇ ਵੀ ਸਾਡੇ ਕੋਲ ਇੱਕ ਦਵਾਈ ਹੈ, ਅਸੀਂ ਸੰਖੀਆ ਮਾਰਦੇ ਹਾਂ, ਕਿਉਂਕਿ ਪ੍ਰਕਾਰਨ ਚੱਲ ਰਿਹਾ ਦੁੱਖ ਮੋਹਰਾ ਮਾਰਨ ਹਰਨਾ। ਉਹ ਕਹਿੰਦੇ ਨੇ ਪੁਰਾਣੇ ਸਮੇਂ ਦੇ ਵਿੱਚ ਸੰਖੀਆ ਮਾਰਨ ਦੇ ਵਾਸਤੇ 100 ਘੰਟੇ ਉਹਨੂੰ ਰਗੜਨਾ ਪੈਂਦਾ ਸੀ, 100 ਘੰਟੇ ਲਗਾਤਾਰ।
ਹੁਣ ਤਾਂ ਇਲੈਕਟ੍ਰੋਨਿਕ ਚੱਕੀਆਂ ਆ ਗਈਆਂ ਨੇ, ਸੌਖਾ ਕੰਮ ਹੋ ਗਿਆ। ਫਾਰਮੇਸੀਆਂ ਦੇ ਵਿੱਚ ਬਣੇ ਬਣਾਈ ਵੀ ਸਾਰੀਆਂ ਚੀਜ਼ਾਂ ਮਿਲਣ ਲੱਗ ਪਈਆਂ ਨੇ। ਪਰ ਪੁਰਾਣੇ ਸਮੇਂ ਦੇ ਵਿੱਚ ਸੰਖੀਆ ਮਾਰਨਾ ਬਹੁਤ ਮਿਹਨਤ ਕਰਨੀ ਪੈਂਦੀ ਸੀ। ਲਗਾਤਾਰ 100 ਘੰਟੇ ਉਹਨੂੰ ਪੀਣਾ ਪੈਂਦਾ ਸੀ ਅਤੇ ਫਿਰ ਲਗਾਤਾਰ ਇੱਕ ਹਫ਼ਤਾ, ਕਈ ਵਾਰੀ ਇੱਕ ਮਹੀਨਾ ਵੀ ਉਹਨੂੰ ਅੱਗ 'ਤੇ ਰੱਖ ਕੇ ਸੁਕਾਉਣਾ ਪੈਂਦਾ ਸੀ, ਸੁੱਧਣਾ ਪੈਂਦਾ ਸੀ। ਭਾਵ ਪੁਰਾਣੇ ਸਮੇਂ ਦੇ ਵਿੱਚ ਜਿਹੜੇ ਕੋਈ ਰਸਾਇਣੀ ਵੈਦ ਹੁੰਦੇ ਸਨ, ਉਹ ਪੁਰਾਣੇ ਇਹੋ ਜਿਹੇ ਨੁਸਖਿਆਂ ਨੂੰ ਜਾਣਦੇ ਸਨ। ਸੰਖਿਆ ਕਿਵੇਂ ਮਾਰਨਾ ਹੈ, ਰਸਾਇਣ ਕਿਵੇਂ ਤਿਆਰ ਕਰਨੀ ਹੈ, ਪਾਰਾ ਕਿਵੇਂ ਸੁੱਧਣਾ ਹੈ, ਸੋਨਾ ਕਿਵੇਂ ਮਾਰਨਾ ਹੈ, ਹੀਰੇ ਮੋਤੀਆਂ ਤੱਕ ਵੀ ਭਸਮ ਕਰਦੇ ਸਨ। ਸੋ ਰੋ ਵਿਚਾਰ ਹਜ਼ੂਰ ਕਹਿੰਦੇ ਸਿਲਾ ਸੰਤੋਖ, ਜੇ ਤੁਸੀਂ ਦੁੱਖ ਦੇ ਸੰਖੀਆ ਨੂੰ ਨਾਸ ਕਰਨਾ ਹੈ, ਠੀਕ ਹੈ, ਵਾਹਿਗੁਰੂ ਦਾ ਨਾਮ ਉਹਦਾ ਦਾਰੂ ਹੈ, ਪਰ ਨਾਲ ਹੀ ਸਿਲਾ ਸੰਤੋਖ, ਮਨ ਵਿੱਚ ਸੰਤੋਖ ਹੋਣਾ ਜ਼ਰੂਰੀ ਹੈ। ਜੇ ਸਾਡੇ ਮਨ ਦੇ ਵਿੱਚ ਸੰਤੋਖ ਨਹੀਂ ਤਾਂ ਮਨ ਟਿਕਦਾ ਨਹੀਂ। ਕਿਉਂ? ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨ ਨੇ। 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਫਰਮਾਉਂਦੇ ਨੇ, ਸਾਧੋ ਇਹੋ ਮਨ ਗਹਿਓ ਨਾ ਜਾਏ, ਚੰਚਲ ਤ੍ਰਿਸ਼ਨਾ ਸੰਗ ਬਸਤ ਹੈ, ਜਾਂ ਤੇ ਥਿਰ ਨਾ ਰਹਾਈ। ਚੰਚਲ ਤ੍ਰਿਸ਼ਨਾ ਸੰਗ ਬਸਤ ਹੈ। ਜਿੰਨਾ ਚਿਰ ਸਾਡੇ ਮਨ ਦੇ ਵਿੱਚ ਤ੍ਰਿਸ਼ਨਾ ਹੈ, ਸਾਡਾ ਮਨ ਕਦੀ ਟਿਕ ਨਹੀਂ ਸਕਦਾ। ਸਹਿਸ ਕਟੇ ਲੱਖ ਕੋ ਉਠਤਾਵੇ, ਤ੍ਰਿਪਤ ਨਾ ਆਵੇ, ਮਾਇਆ ਪਾਛੈ ਪਾਵੇ, ਅਨਕ ਭੋਗ ਵਿਖਿਆ ਕੇ ਕਰੈ, ਨੈ ਤ੍ਰਿਪਤਾਵੇ, ਖੱਪ ਖੱਪ ਮਰੇ। ਜਦੋਂ ਮਨ ਟਿਕਦਾ ਹੀ ਨਹੀਂ ਤੇ ਫਿਰ ਰਸ ਕਿੱਥੋਂ ਆਉਣਾ, ਆਰਾਮ ਕਿੱਥੋਂ ਆਉਣਾ, ਰੋਗ ਨੇ ਕਿਵੇਂ ਦੂਰ ਹੋਣਾ, ਨਹੀਂ ਹੋ ਸਕਦਾ। ਇਸੇ ਲਈ ਹਜ਼ੂਰ ਕਹਿੰਦੇ ਨੇ, ਇਹ ਦੁੱਖ ਦੇ ਸੰਖੀਏ ਨੂੰ ਮਾਰਨ ਦੇ ਲਈ ਜਿਹੜਾ ਸੰਤੋਖ ਹੈ, ਇਹਨੂੰ ਸਿਲਾ ਬਣਾਓ, ਪੱਥਰ ਦਾ ਕੁੰਡਾ ਬਣਾਓ। ਅਤੇ ਪੀਸਣ ਹੱਥ ਦਾਨ, ਜਿਹੜਾ ਹੱਥੋਂ ਦਾਨ ਕਰਨਾ ਹੈ, ਇਹਨੂੰ ਪੀਣਾ ਕਰੋ। ਇਹਦਾ ਮਤਲਬ ਇਹ ਹੈ, ਜੋ ਵਾਹਿਗੁਰੂ ਪਰਮੇਸ਼ਰ ਦਿੰਦਾ ਹੈ ਉਹਦੇ ਉੱਤੇ ਸਬਰ ਕਰੋ, ਅਤੇ ਜੋ ਦਿੱਤਾ ਹੋਇਆ ਉਹ ਇਕੱਲੇ ਨਾ ਖਾਓ। ਸਿੱਖੀ ਦੇ ਅਸੂਲ ਨੇ, ਕਿਰਤ ਕਰਨੀ, ਨਾਮ ਜਪਣਾ ਅਤੇ ਵੰਡ ਛਕਣਾ। ਇਹਨਾਂ ਅਸੂਲਾਂ ਦੀ ਹੀ ਗੁਰੂ ਮਹਾਰਾਜ ਵਿਆਖਿਆ ਕਰਕੇ ਸਾਨੂੰ ਸਮਝਾ ਰਹੇ ਨੇ। ਕਿਰਤ ਕਰਨੀ, ਨਾਮ ਜਪਣਾ ਅਤੇ ਵੰਡ ਛਕਣਾ। ਪੀਸਣ ਹੱਥ ਦਾਨ, ਜਿੰਨੀ ਅਸੀਂ ਮਿਹਨਤ ਕਰਦੇ ਹਾਂ, ਜਿੰਨੀ ਕਮਾਈ ਅਸੀਂ ਕਰਦੇ ਹਾਂ, ਜਿੰਨੀ ਆਮਦਨ ਸਾਨੂੰ ਮਿਲਦੀ ਹੈ, ਉਹਦੇ ਵਿੱਚੋਂ ਦਸਵੰਧ ਕਹਿੰਦੇ ਨੇ 10ਵੇਂ ਹਿੱਸੇ ਨੂੰ, ਉਹ ਗੁਰੂ ਘਰ ਵਾਸਤੇ ਵੱਖਰਾ ਰੱਖ ਲੈਣਾ ਚਾਹੀਦਾ। ਇਹ ਹੈ ਇਸ ਨੂੰ ਪੀਣ ਦਾ ਤਰੀਕਾ। ਹੱਥੀਂ ਪੁੰਨ ਦਾਨ ਕਰਨਾ, ਦਸਵੰਧ ਗੁਰੂ ਘਰ ਨੂੰ ਦੇਣਾ, ਅਤੇ ਮਨ ਵਿੱਚ ਸੰਤੋਖ ਰੱਖਣਾ। ਨਹੀਂ ਤਾਂ ਆਮ ਬਹੁਤੇ ਬੰਦਿਆਂ ਦਾ ਇਹ ਸੁਭਾਅ ਹੁੰਦਾ ਹੈ, ਸੇਵਾ ਥੋੜ੍ਹੀ ਮੰਗਣ ਬਹੁਤਾ। ਫਿਰ ਉਹਨਾਂ ਦੇ ਬਾਰੇ ਕਿਸੇ ਵਿਦਵਾਨ ਨੇ ਲਿਖਿਆ ਹੈ, ਗੰਢੇ ਵਟੇ ਸੰਡਾ, ਧੇਲੀ ਵਟੇ ਹਵੇਲੀ ਪਾਲਦੇ ਨੇ। ਇਹੋ ਜਿਹੇ ਲਾਲਚੀ ਵੀ ਬੰਦੇ ਦੁਨੀਆ ਵਿੱਚ ਹੁੰਦੇ ਨੇ। ਪਰ ਨਹੀਂ, ਜੋ ਪਰਮੇਸ਼ਰ ਦਿੰਦਾ ਉੱਥੇ ਸਬਰ ਕਰਨਾ, ਇਹਨੂੰ ਸਿਲਾ ਬਣਾਉਣਾ, ਇਹਨੂੰ ਕੁੰਡਾ ਬਣਾਉਣਾ। ਅਤੇ ਜਿਹੜਾ ਹੱਥੀਂ ਦਾਨ ਕਰਨਾ, ਦਸਵੰਧ ਦੇਣਾ, ਵੀ ਇਹ ਡੰਡਾ ਬਣਾਉਣਾ, ਸਲੋਤਰ ਬਣਾਉਣਾ। ਇਹਦੇ ਨਾਲ ਤੁਸੀਂ ਇਸ ਦੁੱਖ ਦੇ ਮੋਹਰੇ ਨੂੰ, ਦੁੱਖ ਦੇ ਸੰਖੀਏ ਨੂੰ ਪੀਸਣਾ ਹੈ। ਅਤੇ ਜਦੋਂ ਇਹ ਦਵਾਈ ਤਿਆਰ ਹੋ ਜਾਵੇ, ਭਾਵ ਸੰਤੋਖ ਦੇ ਨਾਲ ਦਸਵੰਧ ਦੇਣਾ ਸ਼ੁਰੂ ਕਰ ਦਿੱਤਾ, ਕਿਰਤ ਕਰਕੇ ਨਾਮ ਜਪਣ ਲੱਗ ਪਏ ਅਤੇ ਦਸਵੰਧ ਦੇਣ ਲੱਗ ਪਏ, ਅਤੇ ਫਿਰ ਸਮਝ ਲਓ ਵੀ ਤੁਹਾਡੇ ਦੁੱਖ ਦਾ ਇਲਾਜ ਸ਼ੁਰੂ ਹੋ ਗਿਆ। ਐਸਾ ਜਿਹੜਾ ਨੁਸਖਾ ਹੈ, ਹਜ਼ੂਰ ਫਰਮਾਉਂਦੇ ਨੇ, ਨਿਤ ਨਿਤ ਲੇਹੋ ਨਾ ਸੀਜੈ ਦੇਹ, ਅੰਤ ਕਾਲ ਜਮ ਮਾਰੈ ਠੇਹ। ਉਸ ਹਰਦਾਸ ਵੈਦ ਨੂੰ ਕਹਿੰਦੇ ਨੇ, ਇਹ ਹੈ ਅਸਲੀ ਨੁਸਖਾ, ਇਹ ਹੈ ਸੋਧੀ ਹੋਈ ਰਸਾਇਣ। ਜੋ ਵਾਹਿਗੁਰੂ ਦਾ ਨਾਮ ਜਪਣਾ, ਮਨ ਵਿੱਚ ਸੰਤੋਖ ਰੱਖਣਾ ਅਤੇ ਨਾਲ ਦਸਵੰਧ ਦੇਣਾ, ਧਰਮ ਦੀ ਕਿਰਤ ਕਰਨੀ, ਨਾਮ ਜਪਣਾ ਅਤੇ ਵੰਡ ਛਕਣਾ। ਨਿਤ ਨਿਤ ਲੇਹੋ,
ਇਹ ਭਾਈ ਰੋਜ਼ ਬਾ ਰੋਜ਼ ਇਹ ਨੁਸਖਾ ਲਓ, ਇਹ ਦਵਾਈ ਲਓ, ਨਾ ਸ਼ੀਜਾ ਦੇਹ। ਇਹਦਾ ਫਲ ਕੀ ਹੋਵੇਗਾ? ਤੁਹਾਡੀ ਦੇਹ ਕਦੇ ਕਮਜ਼ੋਰ ਨਹੀਂ ਹੋਵੇਗੀ। ਜਿਹੜੇ ਪੁਰਾਣੇ ਵੈਦ ਸਨ, ਕਈ ਇਹੋ ਜਿਹੇ ਨੁਸਖੇ ਤਿਆਰ ਕਰਦੇ ਸਨ। ਉਹ ਕਹਿੰਦੇ ਨੇ ਜੇ ਕੋਈ ਬੁੱਢਾ ਆਦਮੀ ਵੀ ਉਹਨੂੰ ਛਕ ਲਵੇ, ਉਹਦਾ ਸਰੀਰ ਨਵਾਂ ਨਰਵਾ ਰਹਿੰਦਾ ਸੀ। ਇਸੇ ਲਈ ਹਜ਼ੂਰ ਕਹਿੰਦੇ ਇਹ ਜਿਹੜਾ ਤੁਹਾਨੂੰ ਅਧਿਆਤਮਕ ਨੁਕਤਾ ਦੱਸ ਰਹੇ ਹਾਂ ਵੀ ਵਾਹਿਗੁਰੂ ਦਾ ਨਾਮ ਜਪਣਾ, ਸੰਤੋਖ ਰੱਖਣਾ ਅਤੇ ਪੁੰਨ ਦਾਨ ਦਸਵੰਧ ਦੇਣਾ, ਇਹ ਰੋਜ਼ ਬਾ ਰੋਜ਼ ਇਸ ਦੀ ਅਮਲ ਕਰਨਾ ਸ਼ੁਰੂ ਕਰ ਦਿਓ। ਫਿਰ ਤੁਹਾਡੀ ਦੇਹ ਵੀ ਕਦੇ ਕਮਜ਼ੋਰ ਨਹੀਂ ਹੋਵੇਗੀ। ਇੱਥੋਂ ਤੱਕ ਅੰਤਕਾਲ ਜੰਮ ਮਾਰਿਆ ਠੇ, ਅਤੇ ਨਾ ਹੀ ਆਉਂਦੇ ਸਮੇਂ ਜਿਹੜਾ ਜੰਮ ਹੈ ਉਹ ਤੁਹਾਨੂੰ ਠੇ ਦਾ ਅਰਥ ਹੁੰਦਾ ਹੈ ਫੇਟ ਮਾਰ ਸਕੇਗਾ, ਧੱਕਾ ਮਾਰ ਸਕੇਗਾ। ਜਦੋਂ ਆਉਂਦਾ ਸਮਾਂ ਆਉਂਦਾ, ਕਹਿੰਦੇ ਉਸ ਵੇਲੇ ਜੰਮ ਐਸਾ ਧੱਕਾ ਮਾਰਦਾ। ਅੱਜ ਜਿਵੇਂ ਕਈ ਵਾਰੀ ਅਚਾਨਕ ਕੋਈ ਐਕਸੀਡੈਂਟ ਹੋ ਜਾਂਦਾ ਨਾ, ਪਤਾ ਵੀ ਨਹੀਂ ਲੱਗਦਾ, ਕੋਈ ਮਗਰੋਂ ਆ ਕੇ ਗੱਡੀ ਮਾਰ ਦਿੰਦਾ ਅਤੇ ਫਿਰ ਇੱਕਦਮ ਆਦਮੀ ਕੋਮੇ ਵਿੱਚ ਚਲਿਆ ਜਾਂਦਾ, ਕਈ ਵਾਰੀ ਮੌਤ ਦੇ ਮੂੰਹ ਵਿੱਚ ਵੀ ਜਾ ਪੈਂਦਾ। ਹਜ਼ੂਰ ਕਹਿੰਦੇ ਨੇ ਵੀ ਜਦੋਂ ਤੁਸੀਂ ਇਹ ਗੁਰਮਤਿ ਅਨੁਸਾਰ ਕਿਰਤ ਕਰਨੀ, ਨਾਮ ਜਪਣਾ, ਵੰਡ ਛਕਣਾ ਸ਼ੁਰੂ ਕਰ ਦੇਵੋਗੇ, ਇਸ ਫਾਰਮੂਲੇ 'ਤੇ ਅਮਲ ਕਰਨਾ ਸ਼ੁਰੂ ਕਰ ਦੇਵੋਗੇ, ਤੁਹਾਡੀ ਦੇਹ ਵੀ ਕਦੀ ਨਾਸ਼ ਨਹੀਂ ਹੋਵੇਗੀ ਅਤੇ ਆਉਂਦੇ ਸਮੇਂ ਜਮਾਂ ਦਾ ਧੱਕਾ ਵੀ ਨਹੀਂ ਵੱਜ ਸਕੇਗਾ। ਤੁਸੀਂ ਜਮਾਂ ਦੀ ਸਜ਼ਾ ਤੋਂ ਵੀ, ਜਮਾਂ ਦੀ ਫੇਟ ਤੋਂ ਵੀ, ਜਮਾਂ ਦੀ ਚੋਟ ਤੋਂ ਵੀ ਬਚ ਜਾਵੋਗੇ। ਐਸਾ ਦਾਰੂ ਖਾਹੇ ਗੁਆਰ, ਜਦ ਖਾਧਾ ਤੇਰੇ ਜਾਹੇ ਵਿਕਾਰ ਰਹਾਓ। ਗਰੀਬਨਵਾਜ ਸਤਿਗੁਰੂ ਜੀ ਕਹਿੰਦੇ ਨੇ, ਹਰਦਾਸ ਵੈਦ, ਜਿਹੜੇ ਇਹ ਪਰਮਾਰਥ ਦੇ ਨੁਕਤੇ ਨੇ, ਅਧਿਆਤਮਕਵਾਦ ਦੇ ਫਾਰਮੂਲੇ ਨੇ, ਤੂੰ ਇਹਨਾਂ ਤੋਂ ਅਣਜਾਣ ਹੈ, ਇਸੇ ਲਈ ਤੂੰ ਗਵਾਰ ਹੈ, ਬੇਸਮਝ ਹੈ। ਇਹੋ ਜਿਹੀ ਦਵਾਈ ਖਾ ਜਿਵੇਂ ਤੈਨੂੰ ਦੱਸੀ ਹੈ। ਜਿਤ ਖਾਧਾ ਤੇਰੇ ਜਾਹੇ ਵਿਕਾਰ, ਜਿਸ ਦੇ ਖਾਣ ਦੇ ਨਾਲ ਤੇਰੇ ਵਿਕਾਰ ਵੀ ਦੂਰ ਹੋ ਜਾਣਗੇ। ਸਤਿਗੁਰ ਪੂਰਾ ਵੈਦ ਹੈ, ਪੰਜੇ ਰੋਗ ਅਸਾਧਨੇ ਵਾਲੇ। ਅਸਾਧ ਰੋਗ, 3 ਕਿਸਮ ਦੇ ਰੋਗ ਵੈਦਿਕ ਦੇ ਗ੍ਰੰਥਾਂ ਵਿੱਚ ਲਿਖੇ ਹਨ। ਇੱਕ ਸਾਧ ਰੋਗ ਹੁੰਦੇ ਨੇ, ਦੂਸਰੇ ਕਸ਼ਟ ਸਾਧ ਰੋਗ ਹੁੰਦੇ ਨੇ, ਅਤੇ ਤੀਜੇ ਅਸਾਧ ਰੋਗ ਹੁੰਦੇ ਨੇ। ਸਾਧ ਰੋਗ ਉਹ ਹੁੰਦੇ ਨੇ, ਅਚਾਨਕ ਬੁਖਾਰ ਚੜ੍ਹਿਆ, ਕੋਈ ਦਵਾਈ ਲੈ ਲਈ ਅਤੇ ਆਰਾਮ ਆ ਗਿਆ, ਸਾਧ ਰੋਗ ਇਹਨੂੰ ਕਹਿੰਦੇ ਨੇ। ਕਸ਼ਟ ਸਾਧ ਰੋਗ ਉਹ ਹੁੰਦੇ ਨੇ ਬਈ ਲਗਾਤਾਰ ਪਰਹੇਜ਼ ਰੱਖ ਕੇ, ਦਵਾਈ ਛਕ ਕੇ ਫਿਰ ਆਰਾਮ ਆਵੇ, ਅਤੇ ਉਹਨੂੰ ਕਹਿੰਦੇ ਨੇ ਕਸ਼ਟ ਸਾਧ। ਜਿਵੇਂ ਹੁਣ ਕਈਆਂ ਨੂੰ ਸ਼ੂਗਰ ਦੀ ਬਿਮਾਰੀ ਹੋ ਜਾਂਦੀ, ਫਿਰ ਡਾਕਟਰ ਉਹਨੂੰ ਕਹਿੰਦੇ ਬਿਲਕੁਲ ਮਿੱਠਾ ਖਾਣਾ ਬੰਦ ਕਰ ਦਿਓ, ਹੋਰ ਕਈ ਚੀਜ਼ਾਂ ਦਾ ਪਰਹੇਜ਼ ਦੱਸ ਦਿੰਦੇ ਨੇ, ਅਤੇ ਫਿਰ ਉਹ ਪਰਹੇਜ਼ ਰੱਖਣਾ ਵੀ ਔਖਾ ਹੈ। ਕਈ ਵਾਰੀ ਪਰਹੇਜ਼ ਰੱਖਣ ਦੇ ਬਾਵਜੂਦ ਵੀ ਬਿਮਾਰੀ ਅਸਰ ਕਰਦੀ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਬਈ ਜਿੱਥੇ ਦਵਾਈ ਵਰਤਣੀ ਸਾਡੇ ਲਈ ਜ਼ਰੂਰੀ ਹੈ, ਉੱਥੇ ਨਾਲ ਪਥ ਵੀ ਰੱਖਣਾ ਜ਼ਰੂਰੀ ਹੈ। ਭਾਈ ਗੁਰਦਾਸ ਜੀ ਨੇ ਲਿਖਿਆ ਹੈ, ਪੂਛਤ ਹੈ ਵੈਦ ਖਾਦ ਔਖਦ ਨਾ ਸੰਜਮ ਸੇ, ਕੈਸੇ ਮਿਟਾ ਰੋਗ ਸੁਖ ਸਹਿਜ ਸੁਮਾਈ। ਅਸੀਂ ਡਾਕਟਰਾਂ ਨੂੰ ਜਾ ਕੇ ਦਵਾਈਆਂ 'ਤੇ ਪੁੱਛਦੇ ਹਾਂ, ਇਲਾਜ ਬਾਰੇ 'ਤੇ ਗੱਲਾਂ ਪੁੱਛਦੇ ਹਾਂ, ਪਰ ਪਰਹੇਜ਼ ਕੋਈ ਰੱਖਦੇ ਨਹੀਂ। ਦੱਸੋ ਕਿਵੇਂ ਰੋਗ ਮਿਟੇਗਾ? ਨਹੀਂ ਮਿਟ ਸਕਦਾ। ਦਵਾਈ ਦੇ ਨਾਲ ਪਰਹੇਜ਼ ਵੀ ਜ਼ਰੂਰੀ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਵੀ ਇਹ ਜਿਹੜੀ ਦਵਾਈ ਖਾਣ ਦੇ ਨਾਲ ਤੁਹਾਡੇ ਸਾਰੇ ਵਿਕਾਰ ਮਿਟ ਜਾਣਗੇ, ਪਰ ਨਾਲ ਜਿਵੇਂ ਗੁਰੂ ਮਹਾਰਾਜ ਸਾਨੂੰ ਕਹਿੰਦੇ ਨੇ, ਗੁਰਸਿੱਖਾ ਆ ਜੋ ਤੈਨੂੰ ਬਾਣੀ ਅਤੇ ਬਾਣੀ ਦੀ ਰਹਿਤ ਬਖਸ਼ਿਸ਼ ਕੀਤੀ ਹੈ, ਇਹਦੇ ਵਿੱਚ ਪਰਪੱਕ ਰਹਿਣਾ, ਨਿਤਨੇਮ ਨਹੀਂ ਛੱਡਣਾ, ਰਹਿਤ ਵਿੱਚ ਕਦੇ ਲਾਪਰਵਾਹੀ ਨਹੀਂ ਕਰਨੀ। ਜਦੋਂ ਬਾਣੀ ਅਤੇ ਬਾਣੀ ਦੀ ਰਹਿਤ ਵਿੱਚ ਰਹਿ ਕੇ ਅਸੀਂ ਵਾਹਿਗੁਰੂ ਦਾ ਨਾਮ ਜਪਦੇ ਹਾਂ ਅਤੇ ਫਿਰ ਉਹਦਾ ਵਧੇਰੇ ਅਸਰ ਹੁੰਦਾ। ਇਸੇ ਲਈ ਹਜ਼ੂਰ ਕਹਿੰਦੇ ਨੇ ਇਸ ਦਵਾਈ ਨੂੰ ਵਰਤਣ ਦੇ ਨਾਲ ਪਰਹੇਜ਼ ਵੀ ਰੱਖਣਾ ਜ਼ਰੂਰੀ ਹੈ। ਪਰਹੇਜ਼ ਕਿਹੜੀਆਂ ਚੀਜ਼ਾਂ ਤੋਂ ਰੱਖਣਾ ਹੈ? ਸਤਿਗੁਰੂ ਨੇ ਬਾਣੀ ਵਿੱਚ ਲਿਖਿਆ, ਜਿਹੜੀਆਂ 5 ਤੇ ਰਹਿਤਾਂ ਨੇ, ਕੜਾ ਕਰ ਦੋ ਕਸ਼ ਕੰਗੇ ਦੇ ਬਿਨਾ ਬਿਲਾ ਕੇ ਸਹੀ ਜਸ ਨੂੰ ਮਿਲੇ ਨਿਸ਼ਾ।
ਤੇ 4 ਬੱਜਰ ਕਰਹਿਤਾ ਨੇ, ਹੁੱਕਾ, ਹਜਾਮਤ, ਹਲਾਲੋ ਹਰਾਮ, ਸ਼ਰਾਬ, ਮੀਟ ਆਦਿ, ਇਹਨਾਂ ਤੋਂ ਬਚਣਾ, ਇਹ ਪਰਹੇਜ਼ ਰੱਖਣਾ। ਤੇ ਫਿਰ ਨਾਮ ਜਪੋ, ਫਿਰ ਤੁਹਾਡੇ ਸਾਰੇ ਵਿਕਾਰ ਵੀ ਦੂਰ ਹੋ ਸਕਦੇ ਨੇ। ਰਹਾਓ ਵਿਸਰਾਮ ਦੇ ਕੇ ਗਰੀਬਨ ਨਿਵਾਜ ਸਤਿਗੁਰੂ ਜੀ ਅੱਗੇ ਫਰਮਾਉਂਦੇ ਹਨ, ਰਾਜ ਮਾਲ ਜੋਬਨ ਸਭ ਸ਼ਾਵ, ਰਥ ਫਰੰਦੈ ਦੀਸੈ ਥਾਵ। ਗਰੀਬਨ ਨਿਵਾਜ ਸਤਿਗੁਰੂ ਜੀ ਹਰਦਾਸ ਵੈਦ ਨੂੰ ਕਹਿੰਦੇ ਨੇ, ਆਹ ਦੇਖੋ ਜਿਹੜਾ ਦੁਨੀਆ ਦਾ ਰਾਜ ਹੈ ਤੇ ਦੁਨੀਆ ਦਾ ਮਾਲ ਸੁਭਾਵ ਹੈ, ਆਹ ਜਿਹੜੀ ਜੋਬਨ ਜਵਾਨੀ ਹੈ, ਸਭ ਛਾਂ, ਇਹ ਸਾਰੇ ਬਿਰਛ ਦੀ ਛਾਂ ਵਾਂਗ ਨੇ ਤੇ ਜਾਂ ਬੱਦਲਾਂ ਦੀ ਛਾਂ ਵਾਂਗ ਨੇ। ਬਿਰਛ ਦੀ ਛਾਂ ਵੀ ਇੱਕ ਥਾਂ 'ਤੇ ਬਹੁਤੀ ਦੇਰ ਨਹੀਂ ਖਲੋਂਦੀ ਅਤੇ ਬੱਦਲ ਦੀ ਛਾਂ 'ਤੇ ਥੋੜ੍ਹੇ ਮਿੰਟਾਂ ਵਿੱਚ ਹੀ ਹਵਾ ਨਾਲ ਬੱਦਲ ਉੱਡ ਜਾਂਦੇ ਨੇ ਅਤੇ ਛਾਂ ਵੀ ਨਾਲ ਹੀ ਉੱਡ ਜਾਂਦੀ ਹੈ। ਇਹ ਰਾਜ, ਮਾਲ ਅਤੇ ਜੋਬਨ, ਇਹ ਸਾਰੇ ਬਿਰਛ ਦੀ ਛਾਂ ਵਾਂਗ ਨੇ, ਬੱਦਲ ਦੀ ਛਾਂ ਵਾਂਗ ਨੇ। ਰਥ ਫਰੰਦੈ ਦੀਸੈ ਥਾਂ, ਜਦੋਂ ਸੂਰਜ ਦਾ ਰਥ ਬਦਲ ਜਾਂਦਾ ਹੈ, ਸੂਰਜ ਦਾ ਰਥ ਬਦਲ ਜਾਂਦਾ ਹੈ, ਭਾਵ ਸੂਰਜ ਦੂਸਰੇ ਪਾਸੇ ਢਲ ਜਾਂਦਾ ਹੈ, ਦੀਸੈ ਥਾਂ, ਫਿਰ ਉਹ ਥਾਂ ਜਿਹੜੀ ਆਪਾਂ ਜਿੱਥੇ ਛਾਂ ਵੇਖਦੇ ਹਾਂ, ਉੱਥੇ ਉਹ ਥਾਂ 'ਤੇ ਨਜ਼ਰ ਆਵੇਗੀ, ਉਹ ਧਰਤੀ, ਉਹ ਜ਼ਮੀਨ 'ਤੇ ਨਜ਼ਰ ਆਵੇਗੀ, ਪਰ ਛਾਂ ਦਿਖਾਈ ਨਹੀਂ ਦਿੰਦੀ। ਰਥ ਫਰੰਦੈ ਦੀਸੈ ਥਾਂ, ਉਹ ਥਾਂ 'ਤੇ ਦਿਸੇਗੀ ਜਿੱਥੇ ਬਿਰਛ ਦੀ ਛਾਂ ਹੁੰਦੀ ਹੈ, ਪਰ ਉੱਥੇ ਛਾਂ ਦਿਖਾਈ ਨਹੀਂ ਦਿੰਦੀ। ਇਹਦਾ ਮਤਲਬ ਇਹ ਹੈ ਵੀ ਇਹ ਰਾਜ, ਮਾਲ ਅਤੇ ਜੋਬਨ, ਇਹ ਸਾਰੇ ਨਾਸਵੰਤ ਨੇ, ਖਿੰਨ ਭੰਗਰ ਨੇ। ਇਹਨਾਂ ਦਾ ਕਦੇ ਭੁੱਲ ਕੇ ਵੀ ਹੰਕਾਰ ਨਹੀਂ ਕਰਨਾ ਚਾਹੀਦਾ, ਨਾ ਰਾਜ ਦਾ, ਨਾ ਮਾਲ ਸੁਭਾਵ ਦਾ, ਨਾ ਜਵਾਨੀ ਦਾ। ਪਤਾ ਨਹੀਂ ਕਦੋਂ ਰਥ ਬਦਲ ਜਾਣਾ ਹੈ, ਕਦੋਂ ਬਿਰਛ ਦੀ ਛਾਂ ਬਦਲ ਜਾਣੀ ਹੈ, ਅਤੇ ਫਿਰ ਕੇਵਲ ਥਾਂ ਹੀ ਦਿਖਾਈ ਦੇਵੇਗੀ, ਜਾਂ ਥਾਂ ਤੋਂ ਭਾਵ ਕਹਿੰਦੇ ਸਰੀਰ ਹੀ ਪਿਆ ਦਿਖਾਈ ਦਿੰਦਾ ਹੈ, ਅਤੇ ਬਾਕੀ ਰਾਜ, ਮਾਲ, ਜੋਬਨ ਸਭ ਉਸ ਤੋਂ ਛਾਂ ਵਾਂਗੂ ਉੱਡ ਜਾਂਦੇ ਨੇ। ਦੇਹ ਨਾ ਨਾਉ ਨਾ ਹੋਵੈ ਜਾਤ, ਉਥੈ ਦੇਹੋ ਐਥੈ ਸਭ ਰਾਤ। ਗਰੀਬਨ ਨਿਵਾਜ ਸਤਿਗੁਰੂ ਜੀ ਕਹਿੰਦੇ ਨੇ, ਇਹ ਗੱਲ ਵੀ ਯਾਦ ਰੱਖੋ, ਪਰਮੇਸ਼ਰ ਦੀ ਦਰਗਾਹ ਦੇ ਵਿੱਚ ਦੇਹ ਸਾਡੇ ਸਰੀਰ ਨੇ ਨਾਲ ਨਹੀਂ ਜਾਣਾ। ਸੰਗ ਕੀ ਦੇਹ ਨਾ ਸੰਗ ਸਦਾ ਹੈ, ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮੈਂ ਪ੍ਰਾਨੀ, ਛਿਨ ਛਿਨ ਔਤ ਬਿਹਾਤੈ ਫੂਟੈ ਘਟ ਜੋ ਪਾਨੀ। ਜਾਗ ਲਿਓ ਰੇ ਮਨਾ ਜਾਗ ਲਿਓ, ਕਹਾਂ ਗਾਫਲ ਸੋਇਆ, ਜੋ ਤਨ ਉਪਜਿਆ ਸੰਗ ਹੀ, ਸੋ ਪੀ ਸੰਗ ਨਾ ਹੋਇਆ। ਸਰੀਰ ਨੇ ਨਾਲ ਨਹੀਂ ਜਾਣਾ, ਅਤੇ ਨਾ ਨਾਉ, ਅਤੇ ਨਾ ਹੀ ਸਾਡੇ ਨਾਮ ਨੇ ਨਾਲ ਜਾਣਾ। ਕਈ ਦੁਨੀਆ ਦੇ ਵਿੱਚ ਇਹੋ ਜਿਹੇ ਵੀ ਵਿਅਕਤੀ ਹੁੰਦੇ ਨੇ ਜਿਨ੍ਹਾਂ ਦਾ ਨਾਮ ਚੱਲਦਾ, ਨਾਮ। ਹੁਣ ਤੁਸੀਂ ਅਕਸਰ ਜਦੋਂ ਆਪਾਂ ਨਾਮ ਦੀ ਗੱਲ ਕਰਦੇ ਹਾਂ, ਦੁਨੀਆ ਦੇ ਵਿੱਚ ਜਿਹੜੇ ਵੱਡੇ ਵੱਡੇ ਸਾਡੇ ਕੋਈ ਲੀਡਰ ਹੁੰਦੇ ਨੇ, ਕੋਈ ਮੰਤਰੀ ਹੁੰਦੇ ਨੇ, ਜਾਂ ਕੋਈ ਮਿਨਿਸਟਰ ਹੁੰਦੇ ਨੇ, ਉਹ ਆਪਦੇ ਬੰਦਿਆਂ ਨੂੰ ਆਪਣਾ ਫੋਨ ਦੇ ਦਿੰਦੇ ਨੇ ਜਾਂ ਕਾਰਡ ਦੇ ਦਿੰਦੇ ਨੇ, ਕਹਿੰਦੇ ਲਓ ਜਿੱਥੇ ਤੁਹਾਨੂੰ ਕੋਈ ਪੁਲਿਸ ਘੇਰ ਲਵੇ ਜਾਂ ਕੋਈ ਵੀ ਗੱਲ ਹੋਵੇ ਅਤੇ ਤੁਸੀਂ ਆਹ ਕਾਰਡ ਸਾਡਾ ਦਿਖਾ ਦਿਓ ਅਤੇ ਸਾਨੂੰ ਫੋਨ ਕਰਵਾ ਦਿਓ। ਇਹ ਨਾਮ ਚੱਲਦਾ ਹੁੰਦਾ ਕਈਆਂ ਦਾ। ਹਜ਼ੂਰ ਕਹਿੰਦੇ ਪਰ ਰੱਬ ਦੀ ਦਰਗਾਹ ਦੇ ਵਿੱਚ ਨਾ ਦੇਹ ਨੇ ਜਾਣਾ, ਨਾ ਨਾਮ ਨੇ ਨਾਲ ਜਾਣਾ, ਨਾ ਹੋਵੇ ਜਾਤ। ਵੀ ਜਿਹੜੀ ਜਾਤ ਹੈ, ਜਿਸ ਜਾਤ ਦਾ ਵੀ ਕਈ ਲੋਕ ਮਾਣ ਕਰਦੇ ਨੇ ਵੀ ਸਾਡੀ ਜਾਤ, ਸਾਡੀ ਬਰਾਦਰੀ ਬਹੁਤ ਉੱਚੀ ਹੈ, ਨਾ ਹੋਵੇ ਜਾਤ, ਵੀ ਉੱਥੇ ਜਾਤੀ ਨੇ ਵੀ ਤੁਹਾਡੇ ਨਾਲ ਨਹੀਂ ਹੋਣਾ, ਨਾ ਸਰੀਰ ਤੁਹਾਡੇ ਨਾਲ ਜਾਵੇਗਾ, ਅਤੇ ਨਾ ਹੀ ਤੁਹਾਡਾ ਨਾਮ, ਅਤੇ ਨਾ ਹੀ ਤੁਹਾਡੀ ਬਰਾਦਰੀ ਤੁਹਾਡੇ ਨਾਲ ਜਾਣੀ ਹੈ। ਉੱਥੇ ਤਾਂ ਕੀਤੇ ਕਰਮ ਹੀ ਤੁਹਾਡੇ ਨਾਲ ਜਾਣਗੇ। ਇਸੇ ਲਈ ਹਜ਼ੂਰ ਕਹਿੰਦੇ ਨੇ, ਉਥੈ ਦੇਹੋ ਐਥੈ ਸਭ ਰਾਤ, ਇੱਥੇ ਤਾਂ ਸਭ ਨੇ ਅੱਖਾਂ ਬੰਦ ਕੀਤੀਆਂ ਹੋਈਆਂ ਨੇ। ਬਹੁਤੇ ਲੋਕ ਸਾਡੇ ਵਿੱਚ ਇਹੋ ਜਿਹੇ ਵੀ ਹਨ ਜਿਹੜੇ ਅਕਸਰ ਇਹ ਗੱਲ ਕਹਿੰਦੇ ਨੇ, ਆਹ ਜੱਗ ਮਿੱਠਾ ਅਗਲਾ ਕਿਹਨੇ ਡਿੱਠਾ। ਅਸੀਂ ਅੱਖਾਂ ਬੰਦ ਕੀਤੀਆਂ ਹੋਈਆਂ ਨੇ। ਸਾਡੀ ਹਾਲਤ ਉਸ ਤਰ੍ਹਾਂ ਦੀ ਹੈ ਜਿਵੇਂ ਬਿੱਲੀ ਦੇ ਸਾਹਮਣੇ ਜਾ ਕੇ ਕਬੂਤਰ ਅੱਖਾਂ ਮੀਟ ਕੇ ਬੈਠ ਜਾਵੇ ਵੀ ਹੁਣ ਮੈਂ ਵੀ ਸ਼ਾਇਦ ਬਿੱਲੀ ਦੀ ਪਕੜ ਤੋਂ ਬਚ ਜਾਵਾਂਗਾ, ਨਹੀਂ ਬਚ ਸਕਦਾ। ਅਸੀਂ ਵੀ ਮੌਤ ਨੂੰ ਦੇਖ ਕੇ ਅੱਖਾਂ ਬੰਦ ਕੀਤੀਆਂ ਹੋਈਆਂ ਨੇ। ਹਜ਼ੂਰ ਕਹਿੰਦੇ ਨੇ ਇੱਥੇ ਤਾਂ ਤੁਸੀਂ ਅੱਖਾਂ ਬੰਦ ਕੀਤੀਆਂ ਨੇ,
ਅਗਿਆਨਤਾ ਦੀ, ਅਵਿਦਿਆ ਦੀ, ਜਹਾਲਤ ਦੀ ਰਾਤ ਵਿੱਚ ਕੂਕ ਸੁੱਤੇ ਪਏ ਹੋ, ਪਰ ਤੁਹਾਨੂੰ ਪਤਾ ਹੈ ਜੋ ਕੁਝ ਤੁਸੀਂ ਰਾਤ ਦੇ ਹਨੇਰੇ ਦੇ ਵਿੱਚ ਪਾਪ, ਵਿਕਾਰ, ਐਬ, ਵੈਲ ਕਰਦੇ ਹੋ, ਉਹ ਅੱਗੇ ਜਾ ਕੇ ਸਾਰੇ ਪ੍ਰਗਟ ਹੋ ਜਾਣੇ ਨੇ। ਭਗਤ ਕਬੀਰ ਜੀ ਦਾ ਸ਼ਲੋਕ ਆਉਂਦਾ ਹੈ, ਕਬੀਰ ਜੇਤੇ ਪਾਪ ਕੀਏ ਰਾਖੇ ਤਲੈ ਦੁਰਾਏ, ਪ੍ਰਗਟ ਪਏ ਨਿਦਾਨ ਸਭ ਜਬ ਪੁੱਛੈ ਧਰਮ ਰਾਏ। ਜਦੋਂ ਧਰਮ ਰਾਜ ਦੀ ਕਚਹਿਰੀ ਵਿੱਚ ਜਾਵਾਂਗੇ ਨਾ, ਉੱਥੇ ਦੇਹੋ, ਉੱਥੇ ਤੇ ਦਿਨ ਚੜ੍ਹਿਆ ਹੋਇਆ। ਇੱਥੇ ਅਸੀਂ ਰਾਤ ਅਗਿਆਨਤਾ ਵਿੱਚ ਜੋ ਮਰਜ਼ੀ ਕਰੀ ਜਾਈਏ, ਪਰ ਅੱਗੇ ਜਾ ਕੇ ਤੇ ਕਰਮਾਂ ਦਾ ਲੇਖਾ ਦੇਣਾ ਹੀ ਪੈਣਾ। ਜਿਹੜੇ ਲੋਕ ਕਹਿੰਦੇ ਨੇ ਵੀ ਕੋਈ ਹੋਰ ਜਹਾਨ ਦਰਗਾਹ 'ਤੇ ਹੈ ਹੀ ਕੋਈ ਨਹੀਂ, ਪਰ ਸਤਿਗੁਰੂ ਇਹ ਗੱਲ ਬਾਣੀ ਵਿੱਚ ਕਹਿੰਦੇ ਨੇ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ। ਜੋ ਅਸੀਂ ਚੰਗਿਆਈਆਂ ਅਤੇ ਬੁਰਿਆਈਆਂ ਕਰ ਰਹੇ ਹਾਂ, ਚੰਗੇ ਮਾੜੇ ਕਰਮ ਕਰ ਰਹੇ ਹਾਂ, ਉਹ ਧਰਮਰਾਜ ਦੀ ਕਚਹਿਰੀ ਦੇ ਵਿੱਚ ਉਹਨਾਂ ਨੂੰ ਵਾਚਿਆ ਜਾਵੇਗਾ, ਪੜਤਾਲਿਆ ਜਾਵੇਗਾ, ਘੋਖਿਆ ਜਾਵੇਗਾ। ਅਤੇ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਆਪੋ ਆਪਣੀ ਕਰਮਾਂ ਅਨੁਸਾਰ ਕੋਈ ਰੱਬ ਦੇ ਨੇੜੇ ਪਹੁੰਚ ਜਾਵੇਗਾ ਅਤੇ ਕੋਈ ਉਸ ਤੋਂ ਦੂਰ ਚਲਿਆ ਜਾਵੇਗਾ। ਇਹਦਾ ਮਤਲਬ ਕੋਈ ਰੱਬ ਦੀ ਦਰਗਾਹ ਹੈ। ਸਤਿਗੁਰੂ ਤਾਂ ਬਾਣੀ ਵਿੱਚ ਥਾਂ ਥਾਂ ਕਹਿੰਦੇ ਨੇ, ਨਾਨਕ ਆਖੈ ਰੇ ਮਨਾ ਸੁਣੀਐ ਸਿੱਖ ਸਹੀ, ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਹੀ। ਵੀ ਲੇਖਾ ਰੱਬ ਨੂੰ ਦੇਣਾ ਪੈਣਾ ਹੈ। ਇਹ ਨਾ ਸੋਚੋ ਵੀ ਸਾਨੂੰ ਕੋਈ ਪੁੱਛਣ ਵਾਲਾ ਨਹੀਂ ਹੈ। ਉੱਥੇ ਦੇਹੋ ਇੱਥੇ ਸਭ ਰਾਤ, ਇੱਥੇ ਹਨੇਰਾ ਹੈ ਅਗਿਆਨਤਾ ਦਾ, ਮੋਹ ਮਾਇਆ ਦਾ। ਉੱਥੇ ਤਾਂ ਦਿਨ ਚੜ੍ਹਿਆ ਹੋਇਆ, ਉੱਥੇ ਤਾਂ ਨਿਆਂ ਹੋਣਾ ਹੀ ਹੋਣਾ। ਉੱਥੇ ਸੱਚੋ ਹੋਈ ਸੱਚ ਨਿਬੜੈ, ਚੁਣ ਵੱਖ ਕੱਢੇ ਜਜਮਾਨੇ। ਉੱਥੇ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋ ਜਾਣਾ। ਇਸ ਲਈ ਇਹ ਨਾ ਸੋਚੋ ਬਈ ਅਸੀਂ ਇੱਥੇ ਜੋ ਮਰਜ਼ੀ ਕਰੀ ਜਾਈਏ, ਸਾਨੂੰ ਕੋਈ ਪੁੱਛਣ ਵਾਲਾ ਨਹੀਂ ਹੈ। ਅਤੇ ਪਾਈ ਪਾਈ ਦਾ ਹਿਸਾਬ ਪਰਮੇਸ਼ਰ ਦੀ ਦਰਗਾਹ ਵਿੱਚ ਦੇਣਾ ਪੈਂਦਾ। ਫਿਰ ਇਹ ਵੈਦ ਕਹਿਣ ਲੱਗਾ, ਮਹਾਰਾਜ ਕਈ ਜਿਹੜੇ ਲੋਕ ਨੇ ਉਹ ਇਹ ਵੀ ਕਹਿੰਦੇ ਨੇ ਬਈ ਰੋਗਾਂ ਤੋਂ ਮੁਕਤ ਹੋਣ ਵਾਸਤੇ, ਠੀਕ ਹੈ, ਕਈ ਲੋਕ ਤਾਂ ਡਾਕਟਰੀ ਇਲਾਜ ਕਰਵਾਉਂਦੇ ਨੇ, ਅਤੇ ਕਈ ਲੋਕ ਆ ਜਿਵੇਂ ਖਾਸ ਕਰਕੇ ਜਿਹੜੇ ਪੰਡਤ ਲੋਕ ਨੇ, ਬ੍ਰਾਹਮਣ ਲੋਕ ਨੇ, ਉਹ ਕਹਿੰਦੇ ਨੇ ਜੀ ਤੁਸੀਂ ਹਵਨ ਕਰਵਾਓ। ਰੋਗ ਨਿਵਰਤੀ ਵਾਸਤੇ ਸਿਆਣੇ ਬੰਦੇ ਤਾਂ ਡਾਕਟਰੀ ਇਲਾਜ ਕਰਵਾਉਂਦੇ ਨੇ, ਪਰ ਜਿਹੜੇ ਲੋਕ ਵਹਿਮਾਂ ਭਰਮਾਂ ਦਾ ਸ਼ਿਕਾਰ ਹੁੰਦੇ ਨੇ, ਉਹਨਾਂ ਨੂੰ ਫਿਰ ਪੰਡਤ ਲੋਕ ਕਹਿੰਦੇ ਨੇ ਤੁਸੀਂ ਕੋਈ ਹਵਨ ਕਰਵਾ ਦਿਓ, ਪੂਜਾ ਕਰਵਾ ਦਿਓ, ਪਾਠ ਕਰਵਾ ਦਿਓ, ਇਹਦੇ ਨਾਲ ਤੁਹਾਡਾ ਰੋਗ ਦੂਰ ਹੋ ਸਕਦਾ ਹੈ। ਕੀ ਮਹਾਰਾਜ ਇਸ ਤਰ੍ਹਾਂ ਕਰਨ ਦੇ ਨਾਲ ਰੋਗ ਦੂਰ ਹੋ ਸਕਦੇ ਨੇ? ਹੁਣ ਗੁਰੂ ਨਾਨਕ ਸਾਹਿਬ ਦੇ ਅੱਗੇ ਹਰਦਾਸ ਵੈਦ ਨੇ ਸਵਾਲ ਕੀਤਾ। ਹੁਣ ਗੁਰੂ ਮਹਾਰਾਜ ਦਾ ਕੀ ਜਵਾਬ ਦਿੰਦੇ ਹਨ? ਸਾਧ ਕਰ ਸੰਧਾ ਤ੍ਰਿਸ਼ਨਾ ਘਿਓ ਤੇਲ, ਕਾਮ ਕ੍ਰੋਧ ਅਗਨੀ ਸਿਉ ਮੇਲ। ਭਾਈ ਜੇ ਤੁਸੀਂ ਹਵਨ ਕਰਨਾ ਨਾ, ਧਿਆਨ ਦੇ ਨਾਲ ਇਹ ਬਚਨ ਸੁਣਨ ਵਾਲੇ ਨੇ, ਆਹ ਜਿਹੜੀ ਘਿਓ ਤੇਲ ਆਦਿਕ ਸਮੱਗਰੀ ਹੈ, ਇਹਨੂੰ ਅੱਗ ਵਿੱਚ ਸਾੜ ਕੇ ਤੁਹਾਨੂੰ ਕੁਝ ਨਹੀਂ ਪ੍ਰਾਪਤ ਹੋਣਾ। ਜਿਵੇਂ ਹਿੰਦੂ ਲੋਕ, ਬ੍ਰਾਹਮਣ ਲੋਕ ਪੂਜਾ ਪਾਠ ਹਵਨ ਕਰਕੇ ਕਹਿੰਦੇ ਤੁਹਾਡੇ ਦੁੱਖ ਦੂਰ ਕਰ ਦੇਵਾਂਗੇ, ਕੁਝ ਨਹੀਂ ਹੋਣਾ ਇਹਦੇ ਨਾਲ। ਫਿਰ ਕੀ ਕਰਨਾ ਚਾਹੀਦਾ? ਹਜ਼ੂਰ ਕਹਿੰਦੇ ਸਾਧ ਕਰ ਸਮਝਦਾ। ਆਹ ਜਿਹੜੇ ਸਵਾਦ ਨੇ, 5 ਵਿਸ਼ੇ ਨੇ, ਸ਼ਬਦ, ਸਪਰਸ, ਰੂਪ, ਰਸ, ਗੰਧ, ਜਿਹੜੇ ਇਹਨਾਂ ਦੇ ਸਵਾਦ ਚਸਕੇ ਨੇ, ਇਹਨਾਂ ਨੂੰ ਲੱਕੜਾਂ ਬਣਾ। ਅਤੇ ਤ੍ਰਿਸ਼ਨਾ ਘਿਓ ਤੇਲ, ਜਿਹੜੀ ਤ੍ਰਿਸ਼ਨਾ ਹੈ ਸਹਿਸ ਕਟੇ ਲੱਖ ਕੋ ਉਠਤਾਵੇ, ਇਹ ਤ੍ਰਿਸ਼ਨਾ ਨੂੰ ਘਿਓ ਦੀ ਤੇਲ ਦੀ ਥਾਂ 'ਤੇ ਵਰਤੋ। ਕਾਮ ਕ੍ਰੋਧ ਅਗਨੀ ਸੋ ਮੇਲ, ਅਤੇ ਇਹ ਜਿਹੜੇ ਕਾਮ ਅਤੇ ਕ੍ਰੋਧ ਨੇ, ਇਹ ਜੌਂ ਅਤੇ ਤਿਲਾਂ ਵਾਂਗ ਨੇ। ਅਗਨੀ ਸੋ ਮੇਲ, ਅਤੇ ਇਹਨਾਂ ਨੂੰ ਜਿਹੜੀ ਨਾਮ ਦੇ ਅਭਿਆਸ ਦੀ ਅੱਗ ਹੈ ਜਾਂ ਬ੍ਰਹਮ ਗਿਆਨ ਦੀ ਅੱਗ ਹੈ, ਉਹਦੇ ਨਾਲ ਮੇਲ ਕੇ ਇਹਨਾਂ ਨੂੰ ਸਾੜ ਦਿਓ। ਨਾਮ ਅਭਿਆਸ ਦੀ ਅਗਨੀ ਦੇ ਵਿੱਚ ਆ ਜਿਹੜੇ ਵਿਸ਼ਿਆਂ ਦੇ
ਸਵਾਦ ਨੇ ਲੱਕੜਾਂ ਵਾਂਗ ਨੇ। ਤੇ ਜਿਹੜੀ ਤ੍ਰਿਸ਼ਨਾ ਹੈ, ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਪਾਰ, ਇਹ ਘਿਓ ਤੇ ਤੇਲ ਵਾਂਗ ਹੈ। ਕਾਮ ਕਰੋ ਤੇ ਜੌਂ ਤੇਲ ਹੋਰ ਹਮਨ ਦੀ ਸਮੱਗਰੀ ਹੈ। ਇਹਨੂੰ ਨਾਮ ਦੇ ਅਭਿਆਸ ਦੀ ਅੱਗ ਵਿੱਚ ਪਾ ਕੇ ਸਾੜ ਦਿਓ। ਇਹੋ ਜਿਹਾ ਕਰੋ ਹਮਨ ਜੇ ਕਰਨਾ ਹੈ, ਫਿਰ ਸਾਰੇ ਦੁੱਖ ਤੁਹਾਡੇ ਦੂਰ ਹੋ ਸਕਦੇ ਨੇ। ਹੋਮ ਜਗ ਅਰ ਪਾਠ ਪੁਰਾਣ, ਜੋ ਤਿਸ ਭਾਵੈ ਸੋ ਪਰਵਾਨ। ਹਜ਼ੂਰ ਕਹਿੰਦੇ ਨੇ ਭਾਈ ਜਿਹੜੇ ਤੁਸੀਂ ਹੋਰ ਹਮਨ ਕਰਦੇ ਹੋ, ਜਗ ਕਰਦੇ ਹੋ, ਭੰਡਾਰੇ ਕਰਦੇ ਹੋ, ਅਤੇ ਕਈ ਲੋਕ ਪੁਰਾਣਾਂ ਦਾ ਪਾਠ ਵੀ ਕਰਦੇ ਨੇ ਦੁੱਖ ਨਿਵਰਤੀ ਵਾਸਤੇ। ਪਰ ਹਜ਼ੂਰ ਕਹਿੰਦੇ ਨੇ ਹਮਨ ਜਗ ਅਤੇ ਜਿਹੜਾ ਪਾਠ ਪੁਰਾਣਾਂ ਦਾ ਪਾਠ ਤੁਸੀਂ ਕਰਦੇ ਹੋ ਦੁੱਖ ਨਿਵਰਤੀ ਵਾਸਤੇ, ਜੋ ਤਿਸ ਭਾਵੈ ਸੋ ਪਰਵਾਨ, ਜੋ ਉਸ ਵਾਹਿਗੁਰੂ ਪਰਮੇਸ਼ਰ ਨੂੰ ਭਾਉਂਦਾ ਹੈ ਉਹੀ ਉਹਦੇ ਦਰ 'ਤੇ ਪ੍ਰਵਾਨ ਹੁੰਦਾ ਹੈ। ਇਸ ਲਈ ਜ਼ਰੂਰੀ ਨਹੀਂ ਵੀ ਹਮਨ ਕਰਕੇ, ਜਗ ਕਰਕੇ, ਪੂਜਾ ਪਾਠ ਕਰਕੇ ਵੀ ਤੁਹਾਡੇ ਦੁੱਖ ਦੂਰ ਹੋ ਸਕਦੇ ਨੇ। ਹਾਂ, ਤੁਸੀਂ ਆਹ ਜਿਹੜੇ ਨਸ਼ਿਆਂ ਵਿਸ਼ਿਆਂ ਦੇ ਸਵਾਦ ਨੇ, ਤ੍ਰਿਸ਼ਨਾ ਦਾ ਘਿਓ ਤੇਲ ਹੈ, ਕਾਮ ਕ੍ਰੋਧ ਦੀ ਜਿਹੜੀ ਹਮਨ ਦੀ ਸਮੱਗਰੀ ਹੈ, ਇਹਨੂੰ ਨਾਮ ਦੇ ਅਭਿਆਸ ਦੇ ਵਿੱਚ ਸਾੜ ਦਿਓ। ਇਹ ਹਮਨ ਵਾਹਿਗੁਰੂ ਦੇ ਦਰ ਪ੍ਰਵਾਨ ਹੋਵੇਗਾ ਅਤੇ ਤੁਸੀਂ ਵੀ ਵਾਹਿਗੁਰੂ ਦੇ ਦਰ ਦੇ ਵਿੱਚ ਮਕਬੂਲ ਹੋ ਸਕਦੇ ਹੋ। ਫਿਰ ਇਹ ਕਹਿਣ ਲੱਗੇ ਮਹਾਰਾਜ ਕਈ ਐਸੇ ਵੀ ਲੋਕ ਨੇ ਜਿਹੜੇ ਜੰਤਰਾਂ ਮੰਤਰਾਂ ਦੇ ਨਾਲ ਵੀ ਕਈ ਦੁੱਖਾਂ ਨੂੰ ਦੂਰ ਕਰਦੇ ਨੇ। ਅੱਜ ਕੱਲ੍ਹ ਵੀ ਬੜਾ ਰਿਵਾਜ ਚੱਲਿਆ ਹੋਇਆ, ਬਹੁਤ ਸਾਰੇ ਪੀਰ ਪੰਡਤ, ਉਹਨਾਂ ਦੇ ਇਸ਼ਤਿਹਾਰ ਤੁਸੀਂ ਪੜ੍ਹਦੇ ਹੋ ਅਤੇ ਬਹੁਤ ਸਾਰੇ ਲੋਕ ਉਹਨਾਂ ਦੇ ਕੋਲ ਆਪਣੀ ਫਰਿਆਦ ਵੀ ਕਰਦੇ ਨੇ, ਸਾਨੂੰ ਆਹ ਤਕਲੀਫ ਹੈ, ਫਿਰ ਉਹਦੇ ਇਲਾਜ ਵੀ ਦੱਸਦੇ ਨੇ। ਹੋਵੇ ਜਾਂ ਨਾ ਹੋਵੇ, ਪਰ ਉਹਨਾਂ ਦੀਆਂ ਤਿਜੋਰੀਆਂ ਜ਼ਰੂਰ ਭਰ ਜਾਂਦੀਆਂ ਨੇ। ਲਓ ਹਜ਼ੂਰ ਕਹਿੰਦੇ ਨੇ ਤਪ ਕਾਗਦ ਤੇਰਾ ਨਾਮ ਨਿਸ਼ਾਨ, ਜਿਨ ਕੋ ਲਿਖਿਆ ਇਹੋ ਨਿਧਾਨ। ਤਪ ਕਾਗਦ, ਹੁਣ ਕਈ ਜਿਹੜੇ ਲੋਕ ਸਨ ਉਹ ਕੋਈ ਨਾ ਕੋਈ ਜੰਤਰ ਮੰਤਰ ਲਿਖ ਕੇ ਤਬੀਤ ਬਣਾ ਕੇ ਲੋਕਾਂ ਨੂੰ ਵੀ ਦਿੰਦੇ ਨੇ। ਉਹ ਕਹਿੰਦੇ ਨੇ ਆਹ ਤੁਸੀਂ ਕੋਲੇ ਰੱਖ ਲਓ ਅਤੇ ਤੁਹਾਡੇ ਨੇੜੇ ਕੋਈ ਦੁੱਖ ਨਹੀਂ ਆਵੇਗਾ। ਪਰ ਸਤਿਗੁਰੂ ਕਹਿੰਦੇ ਨੇ ਹੇ ਵਾਹਿਗੁਰੂ ਜੀ, ਤਪ ਕਾਗਦ, ਤਪ ਕੀ ਹੈ? ਗੁਰਮਤਿ ਦਾ ਤਪ ਹੈ, ਗੁਰ ਸੇਵਾ ਤਪਾਂ ਸਿਰ ਤਪਸਾਰ। ਗੁਰੂ ਦੀ ਸੇਵਾ ਇਹ ਸਭ ਤੋਂ ਉੱਤਮ ਤਪ ਹੈ। ਇਹ ਕਾਗਜ਼ ਬਣਾਓ ਅਤੇ ਤੇਰਾ ਨਾਮ ਨਿਸ਼ਾਨ, ਹੇ ਵਾਹਿਗੁਰੂ ਤੇਰਾ ਨਾਮ ਇਹਦੇ ਉੱਤੇ ਨਿਸ਼ਾਨ, ਇਸ ਉੱਤੇ ਸੇਵਾ ਦੇ ਕਾਗਜ਼ ਦੇ ਉੱਤੇ ਤੇਰੇ ਨਾਮ ਦਾ ਅੱਗੇ ਨਿਸ਼ਾਨ ਪੈ ਜਾਵੇ, ਨਾਮ ਦੀ ਮੋਹਰ ਲੱਗ ਜਾਵੇ। ਸੇਵਾ ਦੇ ਨਾਲ ਸਿਮਰਨ ਕਰਨਾ ਚਾਹੀਦਾ। ਜਿਨ ਕੋ ਲਿਖਿਆ ਇਹੋ ਨਿਧਾਨ, ਜਿਨ੍ਹਾਂ ਦੇ ਮੱਥੇ ਉੱਤੇ ਇਹ ਲੇਖ ਲਿਖਿਆ ਹੋਇਆ ਹੈ ਉਹਨਾਂ ਨੂੰ ਫਿਰ ਇਹ ਨਾਮ ਦਾ ਖਜ਼ਾਨਾ ਪ੍ਰਾਪਤ ਹੋ ਜਾਂਦਾ। ਜਿਹੜੇ ਸੇਵਾ ਦਾ ਕਾਗਜ਼ ਬਣਾ ਕੇ ਉਹਦੇ ਉੱਤੇ ਸਿਮਰਨ ਦਾ ਨਿਸ਼ਾਨ ਲਾ ਦਿੰਦੇ ਨੇ, ਕਾਗਜ਼ ਦੇ ਉੱਤੇ ਜਦੋਂ ਮੋਹਰ ਲੱਗ ਜਾਂਦੀ ਫਿਰ ਉਹਦਾ ਮੁੱਲ ਪੈ ਜਾਂਦਾ। ਸੇਵਾ ਵੀ ਸਫਲ ਤਾਂ ਹੈ ਜਦੋਂ ਸਿਮਰਨ ਨਾਲ ਹੋਵੇ, ਅਤੇ ਜਿਨ੍ਹਾਂ ਦੇ ਭਾਗਾਂ ਵਿੱਚ ਇਹ ਖਜ਼ਾਨਾ ਲਿਖਿਆ ਹੋਇਆ ਹੈ ਫਿਰ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ ਹੈ। ਸੇ ਧਨਵੰਤ ਦਿਸਹਿ ਘਰ ਜਾਏ, ਨਾਨਕ ਜਨਨੀ ਧੰਨੀ ਮਾਏ। ਹਜ਼ੂਰ ਕਹਿੰਦੇ ਨੇ ਸੇ ਧਨਵੰਤ, ਉਹ ਫਿਰ ਧਨਵਾਨ ਅਮੀਰ ਦਿਸਦੇ ਨੇ, ਉਹ ਬਹੁਤ ਵੱਡੇ ਧਨਾੜ ਅਤੇ ਸ਼ਾਹੂਕਾਰ ਦਿਸਦੇ ਨੇ। ਘਰ ਜਾਏ ਅਤੇ ਉਹੀ ਰੱਬ ਦੇ ਘਰ ਜਾਂਦੇ ਨੇ। ਭਾਗਠੜੇ ਹਰ ਸੰਤ ਤੁਮਾਰੇ, ਜਿਨ ਕਰ ਧਨ ਹਰ ਨਾਮਾ, ਪ੍ਰਵਾਨ ਗਣੀ ਸਈ ਇਹ ਆਏ, ਸਫਲ ਤਿਨਾ ਕੇ ਕੰਮ। ਜਿਨ੍ਹਾਂ ਦੇ ਕੋਲੇ ਵਾਹਿਗੁਰੂ ਦੇ ਨਾਮ ਦਾ ਧਨ ਹੈ, ਹਰ ਨਾਮ ਧਨ ਨਿਰਮਲ ਅਤੇ ਅਪਾਰਾ, ਗੁਰ ਕਾ ਸ਼ਬਦ ਭਰੇ ਭੰਡਾਰਾ। ਜਿਨ੍ਹਾਂ ਦੇ ਕੋਲ ਵਾਹਿਗੁਰੂ ਦਾ ਨਾਮ ਹੈ ਉਹ ਧਨਵੰਤ, ਕੁਲਵੰਤ, ਪਤਵੰਤ, ਜੀਵਨ ਮੁਕਤ, ਜਿਸ ਹਿਰਦੈ ਭਗਵੰਤ। ਉਹ ਧਨਵਾਨ ਨੇ ਅਤੇ ਉਹੀ ਵਾਹਿਗੁਰੂ ਦੀ ਦਰਗਾਹ ਵਿੱਚ ਜਾਂਦੇ ਨੇ ਅਤੇ ਪ੍ਰਵਾਨ ਹੁੰਦੇ ਨੇ। ਨਾਨਕ ਜਨਨੀ ਧੰਨੀ ਮਾਏ। ਹਜ਼ੂਰ ਕਹਿੰਦੇ ਜਨਨੀ ਤੋਂ ਭਾਵ ਹੈ ਉਹਨਾਂ ਨੂੰ ਜਨਮ ਦੇਣ ਵਾਲੀ ਮਾਂ ਵੀ ਧਨਤਾ ਯੋਗ ਹੈ। ਸਤਿਗੁਰੂ ਮਹਾਰਾਜ ਨੇ ਜਿਹੜੇ ਪਰਮੇਸ਼ਰ ਦੇ ਪਿਆਰੇ ਨੇ ਉਹਨਾਂ ਦੇ ਬਾਰੇ ਸੁਖਮਨੀ ਸਾਹਿਬ ਬਾਣੀ ਦੇ ਵਿੱਚ ਫਰਮਾਇਆ ਹੈ, ਧੰਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਰਾਇਆ। ਜਨ ਆਵਨ ਕਾ ਇਹ ਸੁਆਓ, ਜਨ ਕੈ ਸੰਗ ਚਿਤ ਆਵੈ ਨਾਓ,
आप मुकत मुक्त करे संसार, नानक तिस जन को सदा नमस्कार। ਉਹਨਾਂ ਨੂੰ ਜਨਮ ਦੇਣ ਵਾਲੀ ਮਾਂ ਵੀ ਧਨ ਹੈ। ਧਨ ਜਨਨੀ ਜਨ ਜਾਇਆ, ਧਨ ਪਿਤਾ ਪ੍ਰਧਾਨ। ਪਿਤਾ ਵੀ ਧਨਤਾ ਯੋਗ ਹੈ ਅਤੇ ਮਾਂ ਵੀ ਧਨਤਾ ਯੋਗ ਹੈ। ਜਿਹੜੇ ਪਰਮੇਸ਼ਰ ਦੇ ਭਗਤਾਂ ਨੂੰ, ਸੰਤਾਂ ਮਹਾਂਪੁਰਖਾਂ ਨੂੰ ਜਨਮ ਦਿੰਦੇ ਨੇ, ਪਤਾ ਨਹੀਂ ਉਹਨਾਂ ਦੀ ਕਿੰਨੀ ਭਗਤੀ ਹੁੰਦੀ ਹੋਵੇਗੀ। ਐਵੇਂ ਤਾਂ ਕੋਈ ਮਹਾਂਪੁਰਖ ਕਿਸੇ ਦੇ ਘਰ ਆ ਹੀ ਨਹੀਂ ਸਕਦਾ। ਉਹ ਮਾਂ ਵੀ ਧਨਤਾ ਯੋਗ ਹੈ, ਪਿਤਾ ਵੀ ਧਨਤਾ ਯੋਗ ਹੈ। ਅਤੇ ਜਿਨ੍ਹਾਂ ਦੇ ਘਰ ਦੇ ਵਿੱਚ ਪਰਮੇਸ਼ਰ ਦੇ ਪਿਆਰੇ ਮਹਾਂਪੁਰਖ ਜਨਮ ਲੈਂਦੇ ਨੇ, ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਐਸੀ ਪਵਿੱਤਰ ਬਾਣੀ ਦੀ ਕਥਾ ਆਪ ਸੰਗਤਾਂ ਨੇ ਸਰਵਣ ਕੀਤੀ ਹੈ। ਸਤਿਗੁਰੂ ਮਿਹਰ ਕਰਨ ਇਸ ਵਿਚਾਰ ਨੂੰ ਆਪਾਂ ਆਪਣੇ ਜੀਵਨ ਵਿੱਚ ਵਸਾਈਏ। ਇਹਦੇ ਨਾਲ ਹੀ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਸੇ ਧਨਵੰਤ ਦਿਸਹਿ ਘਰ ਜਾਏ, ਨਾਨਕ ਜਨਨੀ ਧੰਨੀ ਮਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।